ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਲੈਨੇ ਆ ਮਿੰਟੂ ਜੀ ਨੂੰ ਨਾਲ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਅੱਜ ਦੇ ਸਾਡੇ ਪ੍ਰੋਗਰਾਮ ਦੇ ਸਪਾਂਸਰਸ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਨੰਬਰ ਹੈ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕੀਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਲੈਣੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੁਣਾਂ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ 209-277-0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਨੂੰ ਜੇਕਰ ਹੱਥ ਪਾਈਏ ਤਾਂ ਸੂਚਨਾਵਾਂ ਆ ਰਹੀਆਂ ਨੇ ਤੇ ਜਿਹੜੇ ਨੈਸ਼ਨਲ ਚੈਨਲ ਨੇ ਲਗਾਤਾਰ ਪ੍ਰਚਾਰ ਰਹੇ ਨੇ ਕਿ ਮੋਦੀ ਸਾਹਿਬ ਨੇ ਇਖਤਿਆਰ ਦੇ ਦਿੱਤੇ ਨੇ ਫੌਜ ਨੂੰ ਕਿ ਭਾਈ ਜਿੱਦਾਂ ਕਰਨਾ ਕਰ ਲਓ। ਪਾਇਓ ਜਰਾ ਚਾਨਣਾ। ਦੇਖੋ ਗੱਲ ਇਹ ਆ ਗੁਰਪ੍ਰੀਤ ਜੀ, ਕਰਦੀ ਫੌਜ ਹੀ ਹੁੰਦੀ ਆ। ਆਂਦੇ ਹੁੰਦੇ ਆ ਲੜਨ ਫੌਜਾਂ ਤੇ ਨਾ ਜਰਨੈਲਾਂ ਦੇ। ਠੀਕ ਹੈ ਨਾ ਜੀ। ਚੁਣੀ ਹੋਈ ਸਰਕਾਰ ਹੁਕਮ ਦੇ ਸਕਦੀ ਆ, ਕਰਨ ਕਰਾਉਣ ਵਾਲੀ ਫੌਜ ਹੁੰਦੀ ਆ। ਸਰਜੀਕਲ ਸਟ੍ਰਾਈਕ ਫੌਜ ਨਹੀਂ ਕੀਤੀ ਸੀਗੀ। ਫੌਜੀ ਐਕਸ਼ਨ ਇਸ ਦੇਸ਼ ਦਾ ਇਤਿਹਾਸ ਰਹੇ ਨੇ, ਪਰ ਸਿਆਸਤ ਉਹ ਤੋਂ ਵੀ ਵੱਡਾ ਇਤਿਹਾਸ ਆ। ਤਾਂ ਪਹਿਲੀ ਵਾਰੀ ਆਪਾਂ ਦੇਖਿਆ ਸੀਗਾ ਕਿ ਨਰਿੰਦਰ ਮੋਦੀ ਹੋਰਾਂ ਨੇ ਇਹਦੇ ਤੇ ਜੰਮ ਕੇ ਰਾਜਨੀਤਿਕ ਮਾਈਲੇਜ ਲਿਆ ਸੀਗਾ। ਉਹ ਤੋਂ ਪਹਿਲਾਂ ਵੀ ਐਕਸ਼ਨ ਹੁੰਦੇ ਨੇ। ਤਾਂ ਐਕਸ਼ਨ ਕੋਈ ਵੀ ਹੋਏਗਾ ਜਾਂ ਐਕਸ਼ਨ ਦਾ ਰਿਐਕਸ਼ਨ ਕਹਿ ਲਓ, ਫੌਜ ਨੇ ਕਰਨਾ। ਤਾਂ ਸਰਕਾਰ ਸਿਰਫ ਤੇ ਸਿਰਫ ਹੁਕਮ ਦਿੰਦੀ ਆ, ਉਹਨਾਂ ਨੂੰ ਹਰੀ ਝੰਡੀ ਦਿੰਦੀ ਆ, ਤਾਂ ਉਸ ਤੋਂ ਬਾਅਦ ਅਗਲਾ ਕੰਮ ਜਿਹੜਾ ਫੌਜ ਦਾ ਹੈ। ਅੱਜ ਦੇਖੋ ਕੁਝ ਮਹੱਤਵਪੂਰਨ ਮੀਟਿੰਗਾਂ ਹੋਈਆਂ। PTI ਦੇ ਨਾਲ ਜਿਹੜੀ ਗੱਲ ਕੀਤੀ ਸੀਗੀ ਸ਼ਾਇਦ ਨਰਿੰਦਰ ਮੋਦੀ ਹੋਰਾਂ ਨੇ, ਉਹਨਾਂ ਦੇ ਹਵਾਲੇ ਨਾਲ ਹੀ PTI ਦੇ ਹਵਾਲੇ ਨਾਲ ਜੇ ਆਪਾਂ ਗੱਲ ਕਹੀਏ ਤਾਂ ਉਹਨਾਂ ਨੇ ਕਿਹਾ ਕਿ ਅੱਤਵਾਦ ਨੂੰ ਕਰਾਰਾ ਝਟਕਾ ਦੇਣਾ ਹੁਣ ਸਾਡਾ ਰਾਸ਼ਟਰੀ ਯਾਨੀ ਕੌਮੀ ਸੰਕਲਪ ਆ ਤੇ ਇਹਦੇ ਵਾਸਤੇ ਸਾਨੂੰ ਆਪਦੀਆਂ ਜਿਹੜੀਆਂ ਸ਼ਸਤਰਧਾਰੀ ਫੌਜਾਂ ਨੇ, ਹਥਿਆਰਬੰਦ ਫੌਜਾਂ ਨੇ, ਉਹਨਾਂ ਤੇ ਪੂਰਨ ਭਰੋਸਾ ਹੈ। ਤੇ ਕਹਿੰਦੇ ਆ ਕਿ ਅੱਤਵਾਦ ਦੇ ਖਿਲਾਫ ਕਾਰਵਾਈ ਦਾ ਤਰੀਕਾ, ਫਿਰ ਜੋ ਟਾਰਗੇਟ ਤੇ ਸਮਾਂ, ਉਹ ਤਿੰਨੇ ਚੀਜ਼ਾਂ ਜਿਹੜੀ ਹੈ ਫੌਜ ਤੈਅ ਕਰੇਗੀ। ਇਹਦਾ ਮਤਲਬ ਇਹ ਆ ਕਿ ਅੱਜ ਮੰਗਲਵਾਰ ਜੋ ਤਿੰਨਾਂ ਫੌਜਾਂ ਦੇ ਮੁਖੀਆਂ ਦੇ ਨਾਲ ਮੀਟਿੰਗ ਹੋਈ, ਵਿੱਚ NSA ਡੋਵਾਲ ਸਨ, CDS ਚੌਹਾਨ ਸਨ। ਤਾਂ ਇਹ ਜਿਹੜੀ ਹਾਈ ਲੈਵਲ ਦੀ ਮੀਟਿੰਗ ਸੀ, ਇਹਦੇ ਵਿੱਚ ਲਗਭਗ ਰੂਪਰੇਖਾ ਜਿਹੜੀ ਉਹ ਤਿਆਰ ਹੋ ਗਈ ਆ ਕਿ ਐਕਸ਼ਨ ਕੀ ਹੋਏਗਾ। ਦੇਖੋ ਉਸ ਤੋਂ ਅੱਧੇ ਘੰਟੇ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ RSS ਦੇ ਚੀਫ ਮੋਹਨ ਭਾਗਵਤ ਜਿਹੜੇ ਆ ਉਹ ਵੀ ਮਿਲਦੇ ਆ, ਕਿਉਂਕਿ ਅਮਿਤ ਸ਼ਾਹ RSS ਦੇ ਚੀਫ ਦੀ ਰਿਹਾਇਸ਼ ਤੇ ਪਹੁੰਚੇ ਸਨ। ਹੁਣ ਮੰਗਲਵਾਰ ਇਹ ਦੋ ਜਿਹੜੀਆਂ ਮਹੱਤਵਪੂਰਨ ਬੈਠਕਾਂ ਹੋਈਆਂ। ਇੱਕ ਜਿਵੇਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਬਹੁਤ ਵੱਡੀ ਸੀ। ਦੂਸਰੀ ਹਾਈ ਲੈਵਲ ਬੈਠਕ ਜਿਹੜੀ ਸੀ ਉਹ ਹੋਮ ਮਿਨਿਸਟਰ ਦੀ ਅਗਵਾਈ ਦੇ ਵਿੱਚ, ਜੋ NSG ਹੈ, NSG ਜਿਹਨੂੰ ਨੈਸ਼ਨਲ ਸਿਕਿਉਰਿਟੀ ਗਾਰਡ ਕਹਿੰਦੇ ਆ, ਬਾਰਡਰ ਸਿਕਿਉਰਿਟੀ ਫੋਰਸ BSF ਜਿਸ ਨੂੰ ਕਹਿੰਦੇ ਆ, ਕੇਂਦਰੀ ਰਿਜ਼ਰਵ ਪੁਲਿਸ ਬਲ CRPF ਆ ਗਈ, ਤੇ ਇਸ ਤੋਂ ਇਲਾਵਾ SSB ਇਹ ਵੀ ਹੁੰਦੀ ਆ। ਤਾਂ ਯਾਨੀ ਜਿਨ੍ਹਾਂ ਦੇ ਜਿਵੇਂ ਬਾਰਡਰ ਨੇ, ਬਾਰਡਰ ਦੀ ਜ਼ਿੰਮੇਵਾਰੀ ਆ, ਉਹਨਾਂ ਨੂੰ ਵੀ ਮੀਟਿੰਗ 'ਚ ਬੁਲਾ ਲਿਆ ਗਿਆ। ਤਾਂ ਕਿਤੇ ਨਾ ਕਿਤੇ ਇਹ ਹੁਣ ਸੰਕੇਤ ਹੈ ਕਿ ਕੁਛ ਨਾ ਕੁਛ ਹੋਣ ਜਾ ਰਿਹਾ, ਕੋਈ ਹਿਲਜੁਲ ਹੋ ਸਕਦੀ ਆ, ਕਿਉਂਕਿ ਬੁੱਧਵਾਰ ਨੂੰ ਵੀ 3 ਹਾਈ ਲੈਵਲ ਦੀਆਂ ਬੈਠਕਾਂ ਨੇ। ਸਵੇਰੇ 11 ਵਜੇ ਪ੍ਰਧਾਨ ਮੰਤਰੀ ਆਪਣੀ ਰਿਹਾਇਸ਼ ਤੇ CCS ਜੋ ਕੈਬਨਿਟ ਕਮੇਟੀ ਔਨ ਸਿਕਿਉਰਿਟੀ ਹੁੰਦੀ ਆ ਉਹਦੀ ਬੈਠਕ ਕਰਨਗੇ। ਫਿਰ ਉਸ ਤੋਂ ਬਾਅਦ CCEA ਦੀ ਇੱਕ, ਜਿਹਨੂੰ ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰਸ ਕਹਿੰਦੇ ਆ, ਉਹਦੇ ਮੈਂਬਰਾਂ ਨੂੰ ਮਿਲਣਗੇ। PM ਦੀ ਪ੍ਰਧਾਨਗੀ ਦੀ ਹੇਠ ਕੈਬਨਿਟ ਦੀ ਇੱਕ ਮੀਟਿੰਗ ਹੋਏਗੀ। ਸਮਾਂ ਹਾਲੇ ਨਿਸ਼ਚਿਤ ਨਹੀਂ, ਯਾਨੀ ਇਹ ਤਿੰਨੇ ਬੈਠਕਾਂ ਜਿਹੜੀਆਂ ਨੇ ਉਹ ਬੈਕ ਟੂ ਬੈਕ ਕੱਲ ਨੂੰ ਹੋਣਗੀਆਂ। ਵੈਸੇ ਅੱਜ ਵੀ ਕੁਝ ਅਪਡੇਸ਼ਨਸ ਜਿਹੜੀਆਂ ਨੇ ਉਹ ਇਸ ਚੀਜ਼ ਨਾਲ ਜੁੜੀਆਂ ਆਈਆਂ ਨੇ
ਕਿ ਇਧਰ ਰੱਖਿਆ ਮੰਤਰੀ ਜਿਹੜੇ ਇਹਨਾਂ ਦੇ ਖਵਾਜਾ ਆਸਿਫ ਨੇ ਪਾਕਿਸਤਾਨ ਦੇ, ਉਹਨਾਂ ਦੇ ਐਕਸ ਹੈਂਡਲ ਤੇ ਰੋਕ ਲਾ ਦਿੱਤੀ। ਪਹਿਲਗਾਮ ਦੇ ਵਿੱਚ ਜੋ ਹਮਲਾ ਹੋਇਆ ਸੀ ਉਸ ਬਾਬਤ ਜੋ ਇੰਟੈਲੀਜੈਂਸੀ ਹੈ ਉਹਨਾਂ ਦੀ ਜੋ ਕਹਿ ਲਓ ਇਨਪੁਟ ਆ ਕਿ ਇਹਦਾ ਮਾਸਟਰਮਾਈਂਡ ਪਾਕਿਸਤਾਨ ਦਾ ਸਾਬਕਾ ਐਸਐਸਡੀ ਕਮਾਂਡਰ ਜਿਹੜਾ ਉਹ ਹਾਸ਼ਮ ਮੂਸਾ ਹੈ, ਤੇ ਮੂਸਾ ਹੁਣ ਲਸ਼ਕਰੇ ਤੋਇਬਾ ਲਈ ਦੱਸਦੇ ਆ ਕਿ ਕੰਮ ਕਰਦਾ ਹੈ। ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਆਪਰੇਸ਼ਨ ਦੇ ਰੂਪ ਚ ਲਈਏ। ਤੇ ਬਾਕੀ ਜਿਹੜੀ ਗੱਲ ਆ ਜੋ ਤੁਸੀਂ ਕਹਿ ਰਹੇ ਹੋ ਕਿ ਨੈਸ਼ਨਲ ਮੀਡੀਆ ਕਹਿ ਰਿਹਾ ਇਹ ਅਖਤਿਆਰ ਦੇ ਦਿੱਤੇ ਆ, ਇਦਾਂ ਹੋਏਗਾ ਉਦਾਂ ਹੋਏਗਾ। ਦੇਖੋ ਜੇ ਆਪਾਂ ਇਸ ਵਿਸ਼ੇ ਦੇ ਵਿੱਚ ਵੜੀਏ ਤੇ ਬਹੁਤ ਲੰਬਾ ਇਹ ਵਿਸ਼ਾ ਚਲਾ ਜਾਏਗਾ, ਪਰ ਮੇਰਾ ਇੰਨਾ ਕੁ ਮੰਨਣਾ ਹੈ ਕਿ ਦੋਵੇਂ ਦੇਸ਼ ਜਿਹੜੇ ਆ ਨਾ, ਬਸ ਜਿਵੇਂ ਉਹਨਾਂ ਨੇ ਲਲਕਾਰੇ ਮਾਰ ਲਏ ਨੇ, ਤੇ ਉਹਦੇ ਬਾਅਦ ਹੁਣ ਗੱਲ ਇਹ ਆ ਕਿ ਜੋ ਪਾਕਿਸਤਾਨ ਤੋਂ ਬਾਅਦ ਹੁਣ ਭਾਰਤ ਨੇ ਕਰਨਾ ਤਾਂ ਉਹ ਠੀਕ ਐਸੇ ਹੀ ਹੋਏਗਾ ਕਿ ਦੋਵਾਂ ਮੁਲਕਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਜ਼ਤ ਰਹਿ ਜਾਵੇ। ਉਹਨਾਂ ਨੇ ਆਪਣੇ ਪੱਧਰ ਤੇ ਜੋ ਕਰਨਾ ਕਰ ਲਿਆ, ਤੇ ਬਾਅਦ ਦੇ ਵਿੱਚ ਜੋ ਬਿਆਨਬਾਜ਼ੀ ਹੋ ਗਈ ਹੈ ਸੋ ਹੋ ਗਈ ਆ। ਕੁਝ ਨਾ ਕੁਝ ਇੰਡੀਆ ਵੀ ਕਰੇਗਾ, ਐਸਾ ਮੇਰਾ ਮੰਨਣਾ ਹੈ। ਠੀਕ ਹੈ ਨਾ ਜੀ, ਐਸਾ ਮੇਰਾ ਮੰਨਣਾ ਹੈ। ਪਰ ਇਹ ਕੋਈ ਜਿਵੇਂ ਹੁਣ ਕੋਈ ਕਹਿੰਦਾ ਕਿ ਨਿਊਕਲੀਅਰ ਯੁੱਧ ਹੋ ਜਾਏਗਾ, ਕੋਈ ਕਹਿੰਦਾ ਇਹ ਹੋ ਜਾਏਗਾ, ਵਾਹ ਹੋ ਜਾਏਗਾ। ਮੇਰੇ ਖਿਆਲ ਦੇ ਨਾਲ ਕੁਛ ਨਹੀਂ ਇਹੋ ਜਿਹਾ ਲੱਗਦਾ ਨਹੀਂ ਹੈ। ਜਦੋਂ ਹਮਾਸ ਦਾ ਹਮਲਾ ਹੋਇਆ ਸੀ ਉਦੋਂ ਵੀ ਆਪਾਂ ਨੂੰ ਲੱਗਦਾ ਸੀ, ਯੂਕਰੇਨ ਰਸ਼ੀਆ ਵੇਲੇ ਵੀ ਆਪਾਂ ਨੂੰ ਲੱਗਦਾ ਸੀਗਾ। ਸੋ ਇਸ ਕਰਕੇ ਠੀਕ ਆ, ਸਟ੍ਰੈਸ ਹੈ, ਤਣਾਅ ਹੈ, ਕਸ਼ੀਦਗੀ ਹੈ, ਤਲਖੀ ਹੈ, ਮਾਹੌਲ ਗਰਮ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਸਾਹਿਬ। ਪਰੰਤੂ ਇਹ ਵੀ ਨਹੀਂ ਹੈਗਾ ਕਿ ਨਿਊਕਲੀਅਰ ਵੈਪਨ ਜਿਹੜੇ ਆ ਉਹ ਨਾਲ ਦੀ ਨਾਲ ਇਸਤੇਮਾਲ ਹੋ ਜਾਣਗੇ, ਦੀ ਗੁੰਜਾਇਸ਼ ਨਾ ਮਾਤਰ ਆ। ਹਾਂ, ਮੈਂ ਜਿਵੇਂ ਕਿਹਾ ਕਿ ਭਾਰਤੀ ਫੌਜ ਜਿਹੜੀ ਆ ਕੁਛ ਨਾ ਕੁਛ ਤਾਂ ਕਰੇਗੀ, ਇਹ ਸਾਫ਼ ਆ, ਸਪਸ਼ਟ ਆ। ਤਾਂ ਉਹਦੇ ਬਾਰੇ ਤੇ ਸਪਸ਼ਟ ਹੋ ਹੀ ਗਿਆ ਕਿ ਉਹਨਾਂ ਨੂੰ ਅਖਤਿਆਰਾਤ ਜਿਹੜੇ ਤਮਾਮ ਤਰ੍ਹਾਂ ਦੇ ਚਾਹੀਦੇ ਹੁੰਦੇ ਆ ਉਹ ਦੇ ਦਿੱਤੇ ਗਏ ਨੇ ਜੀ। ਸੋ ਉਧਰ ਇੱਕ ਤਾਂ ਇਹ ਆਪਣੇ ਕਿਸਮ ਦਾ ਖਿੱਚੋਤਾਣ ਹੈ, ਜੰਗ ਹੈ, ਪਰ ਇੱਧਰ ਪੰਜਾਬ ਵਾਲੇ ਮੁੱਖ ਮੰਤਰੀ ਸਾਹਿਬ ਹਰਿਆਣੇ ਨਾਲ ਜੰਗ ਲਾਈ ਖੜੇ ਨੇ, ਕਹਿੰਦੇ ਵੀ ਦਾਅਵਾ ਕਰ ਰਹੇ ਨੇ ਕਿ ਅਸੀਂ ਰੋਕਤਾ ਜੀ ਹਰਿਆਣੇ ਨੂੰ ਜਾਂਦਾ ਪਾਣੀ। ਦੇਖੋ ਗੱਲ ਇਹ ਆ ਕਿ ਗੁਰਪ੍ਰੀਤ ਜੀ ਸ਼ਾਮ ਹੁੰਦਿਆਂ ਹੁੰਦਿਆਂ ਇਹ ਮਾਮਲਾ ਕਾਫੀ ਭਖ ਗਿਆ, ਕਿਉਂਕਿ ਜਿਹੜੇ ਮੈਨੂੰ ਲੱਗਦਾ ਹਰਿਆਣੇ ਦੇ ਸਿੰਜਾਈ ਮੰਤਰੀ ਆ ਸ਼ਰੂਤੀ, ਉਹ ਦਿੱਲੀ ਦੇ ਵਿੱਚ ਜਾ ਕੇ ਕੇਂਦਰੀ ਮੰਤਰੀ ਨੂੰ ਮਿਲ ਗਏ ਨੇ। ਤਾਂ ਇਹਦਾ ਮਤਲਬ ਇਹ ਆ ਕਿ ਮਾਮਲਾ ਜਿਹੜਾ ਉਹ ਲੰਮਾ ਵੀ ਹੋ ਸਕਦਾ, ਖਿੱਚਵਾਂ ਵੀ ਹੋ ਸਕਦਾ, ਤੇ ਗਾਂ ਜਾ ਕੇ ਕਹਿ ਲਓ ਕਿ ਸਿਆਸੀ ਤੇ ਹੈ ਸੈਂਸਿਟਿਵ ਵੀ ਹੋ ਸਕਦਾ। ਦੇਖੋ ਗੱਲ ਕੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਆ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣੇ 'ਚ ਆ, ਤੇ ਦਿੱਲੀ ਅਤੇ ਹਰਿਆਣੇ 'ਚ ਬੁਰੀ ਤਰ੍ਹਾਂ ਪਛੜਨ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਆ ਉਹ ਸੰਗਠਿਤ ਹੋ ਕੇ ਇਸ ਵੇਲੇ ਸੰਘਰਸ਼ਸ਼ੀਲ ਹੈ ਪੰਜਾਬ ਦੀ ਧਰਤੀ ਤੇ, ਕਿ ਕਿਸੇ ਤਰੀਕੇ ਨਾਲ ਬਚਦਾ ਖੁੱਚਦਾ ਜਿਹੜਾ ਆਪਣਾ ਰਾਜ ਭਾਗ ਹੈਗਾ ਉਹਨੂੰ ਬਚਾ ਲਈਏ। ਤੇ ਹਰ ਤਰ੍ਹਾਂ ਦੀ ਸਿਰ ਤੋੜ ਯਤਨਸ਼ੀਲਤਾ ਇੱਥੇ ਨਿਰੰਤਰ ਜਾਰੀ ਹੈ। ਹੁਣ ਦੇਖੋ ਮੁੱਦੇ ਵੱਡੇ ਸ਼ੋਈ ਬੈਠੇ ਆ, ਬਹੁਤ ਵੱਡੇ। ਤੁਸੀਂ ਦਿੱਲੀ ਦੇ ਨਤੀਜੇ ਤੋਂ ਬਾਅਦ ਦੇਖੋ ਕਿਹੜਾ ਪੰਜਾਬ ਦਾ ਬਰਨਿੰਗ ਮੁੱਦਾ ਸਿਵਾਏ ਆਰਥਿਕਤਾ ਤੋਂ, ਕਿਹੜਾ ਬਰਨਿੰਗ ਮੁੱਦਾ ਹੈ ਜਿਸ ਨੂੰ ਹੱਥ ਨਹੀਂ ਪਾਇਆ ਪਿਆ ਕੇਜਰੀਵਾਲ। ਚਾਹੇ ਉਹ ਕਿਸਾਨੀ ਲੈ ਲਓ, ਉਹਦਾ ਕੋਈ ਵੀ ਰਿਜ਼ਲਟ ਕੱਢ ਲਓ ਤੁਸੀਂ, ਨਕਾਰਾਤਮਕ ਸਕਾਰਾਤਮਕ, ਪਰ ਉਹਨਾਂ ਚੀਜ਼ਾਂ ਤੇ ਹੋਇਆ। ਉਦਯੋਗਪਤੀਆਂ ਨਾਲ ਮਿਲਣ ਤੋਂ ਬਾਅਦ ਸੰਘਰਸ਼ ਨੂੰ ਉੱਥੋਂ ਹਟਾ ਦਿੱਤਾ ਗਿਆ। ਯਾਨੀ ਨਸ਼ੇ ਦਾ ਮੁੱਦਾ ਲੈ ਲਓ, ਧੜਾ ਧੜ ਨਿਯੁਕਤੀ ਪੱਤਰ ਡਾਕੀਏ ਜਿਸ ਤਰ੍ਹਾਂ ਵੰਡਦੇ ਹੁੰਦੇ ਉਹ ਲੈ ਲਓ, ਸਾਰਾ ਕੁਝ ਚੱਲ ਰਿਹਾ ਹੈ। ਤਾਂ ਇੱਕ ਬੜਾ ਇਮੋਸ਼ਨਲ ਮੁੱਦਾ ਹੈ ਪਾਣੀ ਨੂੰ ਲੈ ਕੇ, ਪੰਜਾਬ ਦੇ ਪਾਣੀਆਂ ਨੂੰ ਲੈ ਕੇ। ਹੁਣ ਗੱਲ ਕੀ ਹੈ ਕਿ ਅੱਜ ਕੱਲ ਇੱਕ ਅਖਬਾਰ ਜਿਹਦੀ ਬਹੁਤ ਮਹੱਤਤਾ ਹੁੰਦੀ ਸੀ ਕਿਸੇ ਟਾਈਮ, ਅੱਜ ਕੱਲ ਉਹ ਵੀ ਆਮ ਆਦਮੀ ਪਾਰਟੀ ਨਾਲ ਮਿਲ ਮਿਲਾ ਕੇ ਚੱਲਦਾ, ਤੇ ਉਹਦੇ ਵਿੱਚ ਇੱਕ BBMB ਨੂੰ ਲੈ ਕੇ ਸ਼ਾਇਦ ਖਬਰ ਵੀ ਲੱਗੀ ਸੀ। ਪਹਿਲਾਂ ਉਹ ਖਬਰ ਲੱਗਦੀ ਆ ਕਿ ਪੰਜਾਬ ਸਰਕਾਰ ਨੇ ਕਰੜਾ ਰੁਖ ਜਿਹੜਾ ਹੈ ਜੀ ਉਹ ਉੱਥੇ ਵਿਖਾਇਆ ਹੈ ਕਿ ਅਸੀਂ ਪਾਣੀ ਜਿਹੜਾ ਵਹਿੰਦਾ ਪਾਣੀ ਹੈ, ਫालतू ਪਾਣੀ ਅਸੀਂ ਨਹੀਂ ਦੇਵਾਂਗੇ। ਦੇਖੋ ਇਹ ਜਿਹੜਾ ਸਟੈਂਡ ਹੈ ਇਹ ਕਾਬਲੇ ਤਾਰੀਫ ਹੈ। ਕਿਉਂਕਿ ਉਹ ਆਪਣੀ ਜ਼ਰੂਰਤ ਦਾ ਜਾਂ ਆਪਣੀ ਜਿਹੜੀ ਵੰਡ ਆ ਉਹਦਾ 103% ਇਸਤੇਮਾਲ ਕਰ ਜਾਣ ਤੇ ਸਾਨੂੰ 80% ਮਿਲੇ, ਤੇ ਫਿਰ ਲਾਹਨਤ ਆ ਨਾ ਸਾਡੀ ਸਰਕਾਰ ਤੇ। ਜੀ ਠੀਕ ਹੈ ਨਾ, ਚਲੋ ਵੰਡ ਜੋ ਜਿਸ ਅਨੁਸਾਰ ਚੱਲਦਾ, ਮੈਂ ਨਹੀਂ ਕਹਿੰਦਾ ਕਿ ਦੂਜੇ ਧਰਿਆਏ ਮਾਰ ਦਿਓ, ਹੁਣ ਜਿਵੇਂ ਚੱਲਦਾ ਹੈ। ਪਰ ਗੱਲ ਇਹ ਹੈ ਕਿ ਅਸੀਂ ਆਪਣਾ 80% ਵਰਤੀਏ ਤੇ ਕੋਈ ਦੂਜਾ ਸਾਡਾ ਸਟੇਕ ਹੋਲਡਰ ਉਹ 103% ਵਰਤੇ,
ਤੇ ਇਹ ਤੇ ਕਿਤੇ ਨਾ ਕਿਤੇ ਅੜਨ ਵਾਲਾ ਮਾਮਲਾ ਹੈ। ਤਾਂ ਮੇਰੇ ਖਿਆਲ ਦੇ ਨਾਲ ਦੇਖੋ ਸਪਸ਼ਟ ਨਹੀਂ ਹੈ ਅਜੇ, ਕਿਉਂਕਿ ਮੁੱਢਲੇ ਤੌਰ ਤੇ ਆ, ਸਵੇਰੇ ਫਿਰ ਜਦੋਂ ਕਵਰੇਜ ਪੜਾਂਗੇ ਇਹਦੀ ਜਾਂ ਡੂੰਘਾਈ ਨਾਲ ਜਾਣਾਂਗੇ ਜਾਂ ਆਪਣੇ ਪੱਧਰ ਤੇ ਰਿਸਰਚ ਕਰਾਂਗੇ ਤਾਂ ਫਿਰ ਪਤਾ ਲੱਗੇਗਾ। ਪਰ ਫਿਲਹਾਲ ਜਿਹੜੀਆਂ ਤਾਜ਼ਾ ਰਿਪੋਰਟਾਂ ਨੇ ਕਿ ਇਹਨਾਂ ਨੇ ਭਾਖੜਾ ਚੋਂ ਜਿਹੜਾ ਪਾਣੀ ਜਾਂਦਾ 9000 ਕਿਊਸੈਕ, ਉਹਦੇ ਵਿੱਚੋਂ ਇਸ ਨੂੰ ਘਟਾ ਦਿੱਤਾ ਹੈ ਤੇ ਉਹ 4000 ਕਿਊਸੈਕ ਕਰ ਦਿੱਤਾ ਹੈ। ਉਹਦਾ ਮਤਲਬ ਸਾਫ਼ ਆ। ਹੁਣ ਇਹਨੂੰ ਆਪਾਂ ਥੋੜਾ ਜਿਹਾ ਜੋੜ ਲਈਏ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀਗਾ ਕਿ ਜੋ ਤੁਹਾਨੂੰ ਪਾਣੀ ਵਾਫਰ ਜਾ ਰਿਹਾ ਹੈ ਅਸੀਂ ਉਹ ਰੋਕਾਂਗੇ, ਤਾਂ ਯਾਨੀ ਜੋ ਭਾਖੜਾ ਰਾਹੀਂ ਉਹਨਾਂ ਨੂੰ ਜਾ ਰਿਹਾ ਸੀ ਪਾਣੀ, ਉਸ ਨੂੰ ਘਟਾ ਦਿੱਤਾ। ਭਾਖੜਾ ਬਾਰੇ ਤੇ ਅੱਗੇ ਵੀ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਸੀਗੀਆਂ ਕਿ ਉਹਨਾਂ ਨੂੰ ਪਾਣੀ ਜ਼ਿਆਦਾ ਦਿੱਤਾ ਜਾ ਰਿਹਾ, ਜੋ ਫਿਕਸ ਹੈ ਉਹ ਤੋਂ ਜ਼ਿਆਦਾ ਪਾਣੀ ਦਿੱਤਾ ਜਾ ਰਿਹਾ, ਤਾਂ ਇਹਨਾਂ ਨੇ ਰੋਕ ਦਿੱਤਾ। ਚਲੋ ਕੰਮ ਦਲੇਰੀ ਵਾਲਾ, ਕੰਮ ਅੜਨ ਵਾਲਾ। ਬੇਸ਼ੱਕ ਸਿਆਸਤ ਦੀਆਂ ਆਪਣੀਆਂ ਵਿੱਚ ਗੁੰਝਲਾਂ ਹੁੰਦੀਆਂ ਨੇ, ਪਰ ਮੈਂ ਮੰਨੂਗਾ ਕਿ ਜੁਰਤ ਵਾਲਾ ਕੰਮ ਹੁੰਦਾ ਜਦੋਂ ਇਸ ਤਰ੍ਹਾਂ ਦਾ ਫਿਰ ਕੋਈ ਫੈਸਲਾ ਲਿਆ ਜਾਂਦਾ। ਤਾਂ ਬਹਰਹਾਲ ਗੱਲ ਇਹ ਆ ਕਿ ਮਾਨ ਸਾਹਿਬ ਨੇ ਕਹਿ ਦਿੱਤਾ ਕਿ ਕੇਂਦਰ ਸਰਕਾਰ ਜੇ ਤਾਂ ਮਤਲਬ ਕਿ ਉਹਨੂੰ ਜ਼ਰੂਰਤ ਹੈ ਤਾਂ ਪਾਕਿਸਤਾਨ ਵਾਲਾ ਜਿਹੜਾ ਪਾਣੀ ਹੈ ਜੇ ਉਹਨੂੰ ਰੋਕਿਆ ਤਾਂ ਉਹ ਪੰਜਾਬ ਦੇ ਡੈਮ ਭਰ ਦਿਓ ਤੇ ਅਸੀਂ ਅੱਗੇ ਹਰਿਆਣੇ ਨੂੰ ਦੇ ਦਿਆਂਗੇ, ਕਿਉਂਕਿ ਡੈਮਾਂ ਦੇ ਵਿੱਚ ਪਾਣੀ, ਇਹਦੇ ਤੇ ਅੱਗੇ ਆਪਾਂ ਗੱਲ ਕੀਤੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵੀਕਐਂਡ ਤੇ ਇਹਦੇ ਤੇ ਫਿਰ ਰਿਪੋਰਟ ਕਰ ਲਵਾਂਗੇ ਕਿ ਡੈਮ ਜਿਹੜੇ ਨੇ ਉਹ ਪੂਰਨ ਤੌਰ ਤੇ ਨਹੀਂ ਭਰ ਰਹੇ ਸਨ। ਸੋ ਇਸ ਕਰਕੇ ਪੰਜਾਬ ਦੀਆਂ ਆਪਣੀਆਂ ਮਜਬੂਰੀਆਂ ਵੀ ਨੇ ਨਾ ਕਿ ਦੂਜੇ ਸਟੇਕ ਹੋਲਡਰ ਕਹਿੰਦੇ ਕਿ ਸਾਨੂੰ ਸਾਡਾ ਹੱਕ ਦੇ ਦਿਓ, ਤੁਸੀਂ ਧਰਿਆਏ ਮਰੋ, ਭੁੱਖੇ ਮਰੋ, ਉਹ ਤੁਸੀਂ ਜਾਣੋ। ਡੈਮਾਂ 'ਚ ਪਾਣੀ ਕਿੰਨਾ ਹੈ, ਕੀ ਹਿਸਾਬ ਕਿਤਾਬ ਹੈ, ਉਹ ਸਾਰੇ ਆਪੋ ਆਪਣਾ ਹਿੱਸਾ ਮੰਗਦੇ ਆ। ਤਾਂ ਮੇਰੇ ਖਿਆਲ ਦੇ ਨਾਲ ਇਹ ਫੈਸਲਾ ਜਿਹੜਾ ਤਗੜਾ ਲਿਆ, ਤੇ ਪਰ ਹਰਿਆਣਾ ਵੀ ਪਿੱਛੇ ਹਟਣ ਵਾਲਾ ਨਹੀਂ। ਉਹਨਾਂ ਦੇ ਜਿਹੜੇ ਸਿੰਚਾਈ ਮੰਤਰੀ ਆ ਬੀਬੀ ਸ਼ਰੂਤੀ ਚੌਧਰੀ, ਉਹਨਾਂ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਜਿਹੜੇ CR ਪਾਟਿਲ, ਜਿਨ੍ਹਾਂ ਦੀ ਪਿੱਛੇ ਜੇ ਵੀਡੀਓ ਵੀ ਵਾਇਰਲ ਹੋਈ ਸੀ ਕਿ ਗੁਜਰਾਤ ਦੀ ਇੱਕ ਪੀੜਤ ਔਰਤ ਨੇ ਕਾਫੀ ਇਹਨਾਂ ਨੂੰ ਤੱਤੀਆਂ ਠੰਡੀਆਂ ਸੁਣਾਈਆਂ ਸੀਗੀਆਂ, ਇਹਨਾਂ ਦੇ ਨਾਲ ਸ਼ਾਮ ਹੁੰਦਿਆਂ ਜੀ ਮੁਲਾਕਾਤ ਕਰ ਲਈ ਹੈ ਜੀ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉਧਰ ਡੱਲੇਵਾਲ ਸਾਹਿਬ ਨੇ ਜਿਹੜੇ ਦੋਸ਼ ਉਹਨਾਂ ਤੇ ਲੱਗਦੇ ਨੇ ਉਹਨਾਂ ਦੇ ਜਵਾਬ ਦਿੱਤੇ ਨੇ ਅੱਜ ਮੋੜਵੇਂ ਰੂਪ ਚ। ਦੇਖੋ ਗੱਲ ਇਹ ਆ ਕਿ ਜੋ ਦੋਸ਼ ਲੱਗੇ ਨੇ ਪਹਿਲਾਂ ਤੇ ਉਹ ਜਾਣਨੇ ਲਾਜ਼ਮੀ ਹੈ ਕਿ ਦੋਸ਼ ਲੱਗੇ ਕਾਦੇ ਆ ਤੇ ਦੋਸ਼ ਲਾਉਣ ਵਾਲਾ ਕੌਣ ਆ, ਕਿਉਂਕਿ ਦੋਸ਼ ਲੀਡਰਾਂ ਤੇ ਹਮੇਸ਼ਾ ਲੱਗਦੇ ਹੁੰਦੇ ਨੇ ਜੀ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਇਸ ਤਰ੍ਹਾਂ ਦੇ ਮਤਲਬ ਕਿ ਆਪਾਂ ਜੇ ਦੇਖੀਏ ਤਾਂ ਉਹ ਦੋਸ਼ ਹਮੇਸ਼ਾ ਜਿਹੜੇ ਸਿਆਸਤਦਾਨ ਤਕੜੇ ਲੀਡਰ ਹੁੰਦੇ ਨੇ ਉਹਨਾਂ ਤੇ ਲੱਗਦੇ ਆ, ਜਥੇਬੰਦੀਆਂ ਦੇ ਜਿਹੜੇ ਲੀਡਰ ਹੁੰਦੇ ਆ ਉਹਨਾਂ ਤੇ ਵੀ ਮਤਲਬ ਕਿ ਇਸ ਤਰ੍ਹਾਂ ਦੇ ਇਲਜ਼ਾਮਾਤ ਲੱਗਦੇ ਨੇ। ਤਾਂ ਗੱਲ ਇਹ ਆ ਕਿ ਜੇ ਆਪਾਂ ਇਸ ਪੱਖ ਤੋਂ ਦੇਖੀਏ, ਆਪਾਂ ਇਸ ਮਾਮਲੇ ਤੋਂ ਦੇਖੀਏ ਕਿ ਇਹ ਦੋਸ਼ ਲਾਏ ਕਿਸਨੇ ਹੈ, ਤਾਂ ਫਿਰ ਉਹ ਇੰਟਰਸਟਿੰਗ ਹੋ ਜਾਂਦੀ ਕਹਾਣੀ। ਕਿਉਂ? ਕਿਉਂਕਿ ਜੇ ਤੇ ਕੋਈ ਹੋਰ ਲਾਵੇ ਤਾਂ ਫਿਰ ਕੋਈ ਚੱਕਰ ਨਹੀਂ ਹੁੰਦਾ, ਤੁਹਾਡਾ ਵਿਰੋਧੀ ਲਾਵੇ ਜਾਂ ਇੱਧਰ ਉਧਰੋਂ ਗੱਲਾਂ ਉਹ ਚੱਲਦੀਆਂ ਹੁੰਦੀਆਂ, ਜਥੇਬੰਦੀਆਂ ਦੀਆਂ ਵਿਰੋਧਤਾ ਵੀ ਹੁੰਦੀਆਂ ਨੇ ਤੇ ਸਿਆਸਤਦਾਨਾਂ ਦੀਆਂ ਵੀ ਹੁੰਦੀਆਂ। ਪਰ ਜੇ ਕੋਈ ਤੁਹਾਡਾ ਸਾਥੀ ਉੱਠ ਕੇ ਆਕੇ ਕਿ ਤੁਸੀਂ ਮੋਰਚਾ ਵੇਚਤਾ, ਤੁਸੀਂ ਲੰਗਰ ਵਾਸਤੇ ਆਈ ਰਸਦ ਅਗਾਂਹ ਵੇਚ ਦਿੱਤੀ, ਤੁਸੀਂ ਸਰਕਾਰ ਨਾਲ ਸੈਟਿੰਗ ਕਰ ਲਈ, 42 ਬੰਦੇ ਮਰਵਾ ਕੇ ਤੁਸੀਂ ਖੱਟਿਆ ਕੀ, ਠੀਕ ਹੈ ਜੀ, ਤਾਂ ਫਿਰ ਕੋਈ ਛੋਟਾ ਜਾਂ ਕਹਿ ਲੋ ਕਿ ਸਧਾਰਨ ਮਾਮਲਾ ਨਹੀਂ ਹੈ, ਸਧਾਰਨ ਮਾਮਲਾ ਨਹੀਂ ਹੈ। ਤਾਂ ਫਿਰ ਤਾਂ ਆਪਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਖਾਸਾ ਮਾਮਲਾ ਵੱਡਾ ਹੋ ਜਾਂਦਾ। ਖਾਸਾ ਵੱਡਾ ਸ਼ਬਦ ਤੁਹਾਨੂੰ ਪਤਾ ਹੀ ਨਾ, ਖਾਸਾ ਪਹਿਲਾਂ ਫੈਲਿਆ ਹੋਇਆ। ਤਾਂ ਖੈਰ ਮਸਲਾ ਇਹੋ ਹੀ ਆ ਕਿ ਇਹਨਾਂ ਦੇ ਜਿਹੜੇ ਸਾਥੀ ਹੈ ਇੰਦਰਜੀਤ ਸਿੰਘ ਬੁੱਢਾ, ਕੋਟ ਬੁੱਢਾ, ਤੇ ਦੂਜੇ ਪਾਸੇ ਜੇ ਵੇਖੋ ਕਿ ਖੋਸਾ ਸਾਹਿਬ, ਉਹਨਾਂ ਨੇ ਜਿਸ ਤਰ੍ਹਾਂ ਦੇ ਦੋਸ਼ ਲਾਏ ਨੇ ਉਹ ਦੋਸ਼ ਮਤਲਬ ਕਿ ਕਿਸੇ ਬੇਗਾਨੇ ਨੇ ਨਹੀਂ, ਤਾਂ ਸਾਨੂੰ ਆਪਣਿਆਂ ਤੋਂ ਖਤਰਾ ਹੈ, ਗੈਰਾਂ ਦੇ ਮਾਰਿਆਂ ਨਹੀਂ ਮਰਦੇ। ਤਾਂ ਗੱਲ ਇਹ ਆ ਕਿ ਆਪਣਿਆਂ ਨੇ ਹੀ ਇਹਨਾਂ ਨੂੰ ਫੁੰਡਿਆ, ਤੇ ਫੁੰਡਿਆ ਵੀ ਬੜੇ ਕਹਿ ਲੋ ਕਿ ਘਾਤਕ ਨਿਸ਼ਾਨੇ ਲਾ ਕੇ ਆ, ਖਤਰਨਾਕ ਨਿਸ਼ਾਨੇ ਲਾ ਕੇ ਆ। ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੋਸ਼ ਇਸ ਤਰ੍ਹਾਂ ਦੇ ਲਾਏ ਆ, ਦੋ ਇਹਨਾਂ ਦੇ ਖਾਸ ਸਾਥੀ ਇੰਦਰਜੀਤ ਸਿੰਘ ਕੋਟ ਬੁੱਢਾ ਉਹਨਾਂ ਨੇ, ਫਿਰ ਖੋਸਾ ਸਾਹਿਬ, ਤੇ ਫਿਰ ਇਸ ਤੋਂ ਇਲਾਵਾ ਚੌਹਾਨ ਸਾਹਿਬ ਉਹ ਵੀ ਮੈਦਾਨ ਚ ਆ ਗਏ। ਉਹਨਾਂ ਨੇ ਤੇ ਸਵਾਲ ਇਹਨਾਂ ਦੀ ਭੁੱਖ ਹੜਤਾਲ ਤੇ ਹੀ ਕਰ ਦਿੱਤੇ ਕਿ ਕੀ ਸਾਇੰਟਿਫਿਕ ਤਰੀਕੇ ਦੇ ਨਾਲ ਅਜਿਹਾ ਸਾਬਤ ਹੋ ਸਕਦਾ ਹੈ ਕਿ ਭੁੱਖ ਹੜਤਾਲ ਤੇ ਹੀ ਸਨ, ਮਰਨ ਵਰਤ ਤੇ ਹੀ ਸਨ। ਹੁਣ ਜੋ ਇਹਨਾਂ ਦੇ ਬਿਆਨ ਆ ਰਹੇ ਨੇ ਆਪਣੇ ਜਿਹੜੇ ਹੈਗੇ ਨੇ ਡੱਲੇਵਾਲ ਸਾਹਿਬ, ਤਾਂ ਉਹ ਕਹਿ ਰਹੇ ਆ ਕਿ ਦੇਖੋ ਜੀ ਗੱਲ ਇਹ ਆ ਕਿ ਫੰਡਾਂ 'ਚ
ਜੋ ਇਹ ਹੇਰ-ਫੇਰ ਦੀ ਗੱਲ ਕਰਦੇ ਆ ਤਾਂ 24 ਦੀ ਜਿਹੜੀ ਮੀਟਿੰਗ ਸੀ ਉਹਦੇ 'ਚ ਚਰਚਾ ਕਰ ਸਕਦੇ ਸੀ ਜੇ ਅਜਿਹੀ ਕੋਈ ਗੱਲ ਸੀ। ਹੁਣ ਜਦੋਂ ਸਮੀਖਿਆ ਹੋਏਗੀ ਤਾਂ ਉਸ ਵਿੱਚ ਫੰਡਾਂ ਤੇ ਲੰਗਰ ਦਾ ਹਿਸਾਬ ਹੋ ਜਾਏਗਾ। ਜੀ ਅਜਿਹੇ ਬਿਆਨ ਦੇਣ ਲਈ ਇਹ ਜਿਹੜੇ ਮੇਰੇ ਵੀਰ ਆ ਥੋੜੇ ਕਾਲੇ ਪੈ ਕੇ ਬੱਚਿਆਂ ਵਾਲੀ ਹਰਕਤ ਕਰ ਬੈਠੇ ਆ, ਇਹਨਾਂ ਗੱਲਾਂ 'ਚ ਦਮ ਹੈ ਨਹੀਂਗਾ। ਇਹ ਡੱਲੇਵਾਲ ਸਾਹਿਬ ਕਹਿ ਰਹੇ ਆ। ਉਹ ਤੇ ਕਹਿੰਦੇ ਨੇ ਜੀ ਕਿ ਦੇਖੋ ਐਸਕੇਐਮ ਗੈਰ ਰਾਜਨੀਤਿਕ ਦੀ ਮੀਟਿੰਗ ਦੇ ਵਿੱਚ ਉਹ ਸਬੂਤ ਤੇ ਤੱਥਾਂ ਦੇ ਸਮੇਤ ਆ ਜਾਣ, ਜੇ ਮੈਨੂੰ ਉਹ ਗਲਤ ਸਾਬਤ ਕਰ ਦੇਣਗੇ ਤੇ ਮੈਂ ਜਥੇਬੰਦੀ ਚੋਂ ਨਿਕਲ ਜਾਵਾਂਗਾ। ਪਰ ਦੇਖੋ ਇਹ ਗੱਲਾਂ ਕਹਿ ਤੇ ਰਹੇ ਨੇ ਡੱਲੇਵਾਲ ਸਾਹਿਬ, ਪਰ ਇਹਨਾਂ ਵਾਸਤੇ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ। ਕਿਉਂ? ਇਹਦੇ ਬਾਰੇ ਮੈਂ ਕੁਝ ਦਿਨ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਦਰਅਸਲ ਕੀ ਆ ਕਿ ਜਿਹੜੇ ਵੱਡੇ ਕਿਸਾਨ ਆਗੂ ਆ, ਛੋਟੇ ਨਹੀਂ, ਜਿਹੜੇ ਵੱਡੇ ਕਿਸਾਨ ਆਗੂ ਆ, ਬਹੁਤ ਵੱਡੇ ਜੀ ਕਿਸਾਨ ਆਗੂ ਆ, ਹੁਣ ਮੈਂ ਨਾਂ ਨਹੀਂ ਰਿਵੀਲ ਕਰਾਂਗਾ, ਇਹ ਮੇਰੇ ਅਸੂਲਾਂ ਦੇ ਖਿਲਾਫ ਹੁੰਦਾ ਹੈ। ਤਾਂ ਕਹਿਣ ਦਾ ਮਤਲਬ ਇਹ ਆ ਕਿ ਬਹੁਤ ਵੱਡੇ ਲੀਡਰਾਂ ਨੇ ਮੇਰੇ ਕੋਲ ਦੋ ਚੌਂ ਦਾ ਤਾਂ ਮੈਂ ਮਤਲਬ ਕਿ ਤੁਹਾਨੂੰ ਕਹਿ ਸਕਦਾ ਕਿ ਜੀ ਉਹਨਾਂ ਦਾ ਤਾਂ ਗੁੱਸਾ ਫੁੱਟਦਾ ਸੀ ਇਹਨਾਂ ਤੇ ਕਿ ਸਾਨੂੰ ਇਹਨਾਂ ਨੇ ਜ਼ੀਰੋ ਕਰ ਦਿੱਤਾ, ਸਾਨੂੰ ਦੁਖੀ ਕਰਤਾ। ਪਰ ਉਹ ਇਹਨਾਂ ਦੀ ਜੀ ਜਥੇਬੰਦੀ ਦੇ ਨਹੀਂ ਸੀ, ਬਹੁਤ ਵੱਡੇ ਲੀਡਰ ਸੀ। ਮੇਰੇ ਕੋਲ ਮਤਲਬ ਕਿ ਮੇਰਾ ਇਹ ਮੈਂ ਖੱਚ ਕੰਮ ਨਹੀਂ ਕਰਦਾ ਹੁੰਦਾ ਜੀ, ਰਿਕਾਰਡਿੰਗਾਂ ਰਿਕੂਡਿੰਗ ਵਾਲੇ ਚੱਕਰਾਂ 'ਚ ਮੈਂ ਨਹੀਂ ਪੈਂਦਾ, ਨਾ ਮੈਂ ਸਕਰੀਨਸ਼ਾਟ ਲਵਾਂ। ਤਾਂ ਪਰ ਆਮ ਗੱਲ ਜਿਹੜੀ ਹੁੰਦੀ ਆ, ਕੋਈ ਦੁੱਖ ਸੁੱਖ ਕਰਦਾ ਤਾਂ ਉਹ ਸੁਣ ਲਈਦੀ ਆ। ਤਾਂ ਗੁੱਸਾ ਸੀ, ਰੋਹ ਸੀ ਅੱਜ ਤੋਂ ਕੁਝ ਦਿਨ ਪਹਿਲਾਂ, ਤਾਂ ਉਹਦੇ ਤੋਂ ਅੰਦਾਜ਼ਾ ਲੱਗਦਾ ਸੀਗਾ ਕਿ ਕਿਤੇ ਨਾ ਕਿਤੇ ਦੇਖੋ ਜਿਹੜਾ ਰੋਹ ਦੂਜੀਆਂ ਜਥੇਬੰਦੀਆਂ 'ਚ ਹੈ ਤਾਂ ਅੰਦਰੂਨੀ ਤੌਰ ਤੇ ਵੀ ਉਹ ਰੋਹ ਇਹਨਾਂ ਦਾ ਫੈਲੇਗਾ। ਕਿਉਂ? ਕਿਉਂਕਿ ਕੈਡਰ ਨਾਰਾਜ਼ ਸੀ, ਕਿਉਂਕਿ ਸਾਥੀ ਨਿਰਾਸ਼ ਸੀ। ਜਿਸ ਤਰ੍ਹਾਂ ਇਹ ਦੋਵੇਂ ਲੀਡਰ ਉਸ ਮੋਰਚੇ ਤੋਂ ਚੰਡੀਗੜ੍ਹ ਜਾਂਦੇ ਨੇ ਗੱਲਬਾਤ ਵਾਸਤੇ, ਉੱਥੇ ਅਰੈਸਟ ਹੁੰਦੇ ਨੇ, ਫਿਰ ਇੰਨੀ ਲੰਬੀ ਭੁੱਖ ਹੜਤਾਲ, ਮਰਨ ਵਰਤ, ਫਿਰ ਪਾਣੀ 10 ਦਿਨ ਛੱਡਣ ਦਾ ਦਾਵਾ, ਫਿਰ ਅਚਾਨਕ ਸਾਰਾ ਕੁਝ ਖਤਮ ਕਰ ਦੇਣਾ ਅਤੇ ਉਸ ਤੋਂ ਬਾਅਦ ਹਿਰਾਸਤ ਖਤਮ ਹੋ ਜਾਣੀ, ਪੰਧੇਰ ਸਾਹਿਬ ਦੀ ਰਿਹਾਈ ਹੋ ਜਾਣੀ, ਇਹਨਾਂ ਨੂੰ ਡਿਸਚਾਰਜ ਕਰ ਦੇਣਾ ਤੇ ਫਿਰ ਪੰਜਾਬ 'ਚ ਇਹਨਾਂ ਦਾ ਆਮ ਤੋਰਾ ਫੇਰਾ ਹੋ ਜਾਣਾ। ਸਾਰੇ ਲੋਕ ਜਿਹੜੇ ਆ ਉਹ ਇਹਨੂੰ ਸਵਾਲੀਆ ਜਾਂ ਕਹਿ ਲਓ ਕਿ ਸ਼ੱਕੀ ਨਿਗਾਹ ਨਾਲ ਦੇਖ ਰਹੇ ਸੀ। ਸੋ ਡੱਲੇਵਾਲ ਸਾਹਿਬ ਹੀ ਨਹੀਂ, ਮੈਂ ਸਮਝਦਾ ਕਿ ਡੱਲੇਵਾਲ ਹੋਰਾਂ ਦਾ ਵਿਅਕਤੀਗਤ ਨੁਕਸਾਨ ਤੇ ਹੋਇਆ ਹੀ ਹੈ ਇਸ ਮੋਰਚੇ ਤੋਂ। ਅਲਟੀਮੇਟਲੀ ਜੇ ਤੁਸੀਂ ਦੇਖੋਗੇ, ਅਲਟੀਮੇਟਲੀ ਨੁਕਸਾਨ ਤੇ ਹੋਇਆ, ਪਰ ਇਹਦੇ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੂਸਰੀਆਂ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਨਾਖੁਸ਼ ਨੇ, ਕਿਤੇ ਨਾ ਕਿਤੇ ਉਹ ਵੀ ਸਮਝਦੇ ਆ ਕਿ ਖਾਸ ਤੌਰ ਤੇ ਜਿਵੇਂ ਇੱਕ ਡੋਮੀਨੈਂਸ ਹੁੰਦੀ ਹੈ, ਉਸ ਡੋਮੀਨੈਂਸ ਨੂੰ ਬਹੁਤ ਹੱਦ ਤੱਕ ਸਰਕਾਰ ਨੇ ਜੋ ਕੁਚਲਿਆ, ਤੇ ਉਹਨਾਂ ਦੇ ਵਿੱਚ ਇਹ ਦੋ ਲੀਡਰ ਜਿਹੜੇ ਪੰਧੇਰ ਅਤੇ ਡੱਲੇਵਾਲ, ਉਹਨਾਂ ਦੀ ਰਣਨੀਤੀ ਜਾਂ ਉਹਨਾਂ ਦੀ ਕਾਰਜਸ਼ੈਲੀ ਜਿਹੜੀ ਹੈ ਉਹ ਗਲਤ ਸੀਗੀ। ਬਸ ਮਤਲਬ ਇਹੀ ਹੈ, ਨਿਚੋੜ ਕਹਾਣੀ ਦਾ ਇਹੀ ਜੀ ਸੋ ਅੱਗੇ ਚੱਲੀਏ ਤਾਂ ਉਧਰ ਬਾਜਵਾ ਸਾਹਿਬ ਜਿਹੜੇ ਧਮਾਕਾ ਖੇਜ ਸਮਗਰੀ ਵਾਲੇ ਬਿਆਨ ਤੋਂ ਬਾਅਦ ਲਗਾਤਾਰ ਕੋਰਟ ਦੇ ਗੇੜੇ ਕੱਢ ਰਹੇ ਨੇ। ਲਗਾਤਾਰ ਪੁੱਛਗਿੱਛ ਵੀ 6-7 ਘੰਟੇ ਉਹਨਾਂ ਤੋਂ ਚੱਲੀ, ਫਿਰ ਮੀਡੀਆ ਤੋਂ ਦੂਰੀ ਬਣਾਈ ਉਹਨਾਂ ਨੇ, ਤੇ ਹੁਣ ਇੱਕ ਵਾਰ ਫੇਰ ਉਹਨਾਂ ਨੇ ਕੋਰਟ ਦਾ ਰੁਖ ਕੀਤਾ। ਕਹਿੰਦੇ ਫੋਨ ਦੇ ਤੇ ਪਾਸਵਰਡ ਹੁਣ ਅਗਲੇ ਮੰਗੀ ਜਾਂਦੇ ਨੇ, ਭਾਈ ਫੋਨ ਅਸੀਂ ਇਕੱਲਾ ਕੀ ਕਰਨਾ, ਜਰਾ ਪਾਇਓ ਇਸ ਗੱਲ ਤੇ ਚਾਨਣਾ। ਦੇਖੋ ਗੱਲ ਇਹ ਆ ਕਿ ਇਹ ਤਾਂ ਹੁਣ ਕੋਰਟ ਨਿਰਣਾ ਕਰੇਗੀ ਨਾ। ਠੀਕ ਹੈ, ਜਾਂਚ ਪੜਤਾਲ ਦੇ ਵਿੱਚ ਤਾਂ ਕਹਿ ਦਿੱਤਾ ਕਿ ਤੁਸੀਂ ਸ਼ਾਮਲ ਹੋਵੋ, ਪਰ ਜਾਂਚ ਪੜਤਾਲ ਦੇ ਵਿੱਚ ਕਿਸੇ ਵੀ ਲੀਡਰ ਦੀ ਕੋਈ ਪ੍ਰਾਈਵੇਸੀ ਜਿਹੜੀ ਹੈ ਉਹ ਤਾਂ ਕੁਝ ਹੱਦ ਤੱਕ ਜਿਹੜੀ ਆ ਉਹ ਕਿਤੇ ਨਾ ਕਿਤੇ ਕਹਿ ਲਓ ਕਿ ਰਹੇਗੀ ਨਾ ਕਾਇਮ। ਤਾਂ ਉਹ ਜੀ ਪ੍ਰਾਈਵੇਸੀ ਕਿੱਥੋਂ ਕੁ ਤੱਕ ਖੁੱਲੇਗੀ, ਇਹੀ ਹੁਣ ਨਿਰਣਾ ਹੋਏਗਾ ਨਾ ਕਿ ਕੀ ਤੁਹਾਡਾ ਜਿਹੜਾ ਫੋਨ ਹੈ। ਦੇਖੋ ਗੱਲ ਇਹ ਆ ਕਿ ਤੁਹਾਡਾ ਫੋਨ ਆ ਜੇ ਉਹ ਪੁਲਿਸ ਏਦਾਂ ਖੋਹ ਲੈਂਦੀ ਆ ਤੇ ਤੁਹਾਡੀ ਤੇ ਹੋ ਸਕਦਾ ਤੁਹਾਡੀ ਬੀਵੀ ਦੇ ਨਾਲ ਵੀ ਚੈਟ ਹੋਵੇ, ਦਿਲ ਦੁਲ ਜੇ ਭੇਜਦੇ ਅੱਜ ਕੱਲ ਮੁੰਡੇ ਕੁੜੀਆਂ, ਜੀ ਤੁਹਾਡੀ ਤੇ ਹੋ ਸਕਦਾ ਗਰਲਫ੍ਰੈਂਡ ਦੇ ਨਾਲ ਵੀ ਚੈਟ ਹੋਵੇ। ਹੂੰ ਅੱਜ ਕੱਲ ਚੈਟ ਵੀ ਬੜੀ ਰੰਗੀਨ ਹੁੰਦੀ ਹੈ, ਸਾਹਿਬ ਕੰਮ ਵੀ ਖੁੱਲਮ ਖੁੱਲਾ ਹੀ ਚੱਲਦਾ। ਜੀ ਤੇ ਉਹ ਉੱਥੋਂ ਕੋਈ ਅਧਿਕਾਰੀ ਉਹਦੇ ਕੋਈ ਸਕਰੀਨਸ਼ਾਟ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਂ ਤੇ ਇਹਨਾਂ ਚੀਜ਼ਾਂ 'ਚ ਨਹੀਂ ਨਾ ਕਦੇ ਪਿਆ ਤੇ ਨਾ ਪੈਣ ਦੀ ਜ਼ਰੂਰਤ ਆ ਕਿ ਇਹ ਅੱਜ ਕੱਲ ਸਕਰੀਨਸ਼ਾਟ ਦੀ ਗੇਮ ਚੱਲਦੀ ਹੈ, ਰਿਕਾਰਡਿੰਗ ਦੀ ਗੇਮ ਚੱਲਦੀ ਹੈ। ਉਹ ਚੈਟ ਮੰਨ ਲਓ ਰਿਕਾਰਡ ਕਰਕੇ ਕੋਈ ਵਾਇਰਲ ਕਰ ਦੇਵੇ, ਫਿਰ ਕੋਈ ਮਜੀਠੀ ਵਰਗੇ ਨੂੰ ਭੇਜ ਦੇਵੇ। ਅੱਜ ਕੱਲ ਤੇ ਮਜੀਠੀਆ, ਬਿਲਕੁਲ ਉਹ ਮਜੀਠੀਆ ਤੇ ਡਾਰਕ ਵੈਬਸਾਈਟ ਵਾਲਾ ਬਣਿਆ ਤੇ ਸਾਰਾ ਜੀ ਜੀ ਡਾਟਾ ਹੀ ਉਹਦੇ ਕੋਲ ਚਲੇ ਜਾਂਦਾ। ਤਾਂ ਗੱਲ ਇਹ ਆ ਕਿ ਭਾਈ ਇਹ ਚੀਜ਼ਾਂ ਹੁੰਦੀਆਂ ਨੇ ਗੁਰਪ੍ਰੀਤ ਜੀ। ਸੋ ਠੀਕ ਆ, ਜਾਂਚ ਪੜਤਾਲ ਦੇ ਵਿੱਚ ਤੇ ਬਾਜਵਾ ਸਾਹਿਬ ਨੂੰ ਸਹਿਯੋਗ ਦੇਣਾ ਹੀ ਪਵੇਗਾ। ਪਰ ਮੈਂ ਜੀ ਜਿਵੇਂ ਕਿਹਾ ਕਿ ਇੱਕ ਪ੍ਰਾਈਵੇਸੀ ਵੀ ਹੁੰਦੀ ਹੈ। ਫੋਨ ਜਿਹੜਾ ਹੁੰਦਾ, ਫੋਨ ਦੇ ਵਿੱਚ ਇਕੱਲਾ ਇਹ ਨਹੀਂ ਹੈ ਕਿ ਤੁਸੀਂ ਆਹ ਚੀਜ਼ ਕੰਗਾਲੋਗੇ ਜੇ ਲੈਟਸ ਸਪੋਜ਼, ਕਿਉਂਕਿ ਉਹ ਵਿਰੋਧੀ ਧਿਰ ਦੇ ਲੀਡਰ ਆ, ਜਿਹੜੀਆਂ ਦੂਜੀਆਂ ਚੀਜ਼ਾਂ ਪਈਆਂ ਇਹ ਤਾਂ ਉਹਨਾਂ ਨੇ ਜਾਂਚਣਾ ਪਰਖਣਾ। ਕੋਰਟ ਕੀ ਫੈਸਲਾ ਕਰੇਗਾ? ਕੋਰਟ ਤੇ ਇਹੋ ਹੀ ਫੈਸਲਾ ਕਰੇਗਾ ਨਾ ਕਿ ਭਾਈ ਹਾਂਜੀ ਫੋਨ ਤੁਸੀਂ ਖੋਲ ਸਕਦੇ ਹੋ, ਪਰ ਕਿਹਦੀ ਮੌਜੂਦਗੀ 'ਚ ਖੋਲਣਾ? ਹੋ ਸਕਦਾ ਕਿਸੇ ਦੀ ਮੌਜੂਦਗੀ ਰੱਖ ਦੇਣ ਉੱਥੇ,
ਤੇ ਤੁਸੀਂ ਆਪਦੀ ਜਾਂਚ ਪੜਤਾਲ ਕਰ ਲਓ। ਪਰ ਜੀ ਉਹਦਾ ਕੋਈ ਡਾਟਾ, ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਕੱਢੋਗੇ। ਸੋ ਇਹ ਇੱਕ ਲੜਾਈ ਹੈ, ਹੋਰ ਕੁਝ ਨਹੀਂ ਹੈ। ਜਾਂਚ ਪੜਤਾਲ ਦੇ ਵਿੱਚ ਤੇ ਸਹਿਯੋਗ ਦੇਣਾ ਹੀ ਪਵੇਗਾ, ਕਿਉਂਕਿ ਕੋਰਟ ਕਹਿ ਹੀ ਚੁੱਕਾ ਹੈ। ਠੀਕ ਹੈ ਨਾ ਗੁਰਪ੍ਰੀਤ ਜੀ, ਉਹ ਤੇ ਜੀ ਜਾਣਾ ਹੀ ਪਵੇਗਾ। ਉਹ ਤਾਂ ਕੋਰਟ ਵੀ ਨਹੀਂ ਰੋਕ ਸਕਦੀ। ਜਦੋਂ ਕੋਈ ਜਾਂਚ ਪੜਤਾਲ ਚੱਲਦੀ ਹੈ ਤਾਂ ਕੋਰਟ ਖੁਦ ਕਹਿ ਦਿੰਦੀ ਹੈ ਕਿ ਤੁਹਾਨੂੰ ਜਾਂਚ ਪੜਤਾਲ ਦੇ ਵਿੱਚ ਸ਼ਾਮਲ ਹੋਣਾ ਪਵੇਗਾ। ਪਰ ਜਾਂਚ ਪੜਤਾਲ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਖਾਸ ਤੌਰ ਤੇ ਵਿਰੋਧੀ ਧਿਰ ਨਾਲ ਜੁੜੀਆਂ ਹੁੰਦੀਆਂ ਨੇ, ਤਾਂ ਉਹਨਾਂ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ। ਦੇਖਦੇ ਹਾਂ, ਲੈਟਸ ਸੀ। ਰੋਚਕ ਆ। ਮੈਂ ਵੀ ਇਹਦੇ ਬਾਰੇ ਕੋਈ ਜ਼ਿਆਦਾ ਨਹੀਂ ਕਹਿ ਸਕਦਾ, ਕਿਉਂਕਿ ਮੇਰੇ ਲਈ ਵੀ ਇਹ ਪਚੀਦਾ ਮਾਮਲਾ, ਹਾਲਾਂਕਿ ਮੈਨੂੰ ਕਾਫੀ ਇਹਨਾਂ ਚੀਜ਼ਾਂ ਦਾ ਤਜਰਬਾ ਹੈ। ਪਰ ਗੱਲ ਇਹ ਆ ਕਿ ਇਸ ਫੋਨ ਦੀ, ਕਿਉਂਕਿ ਜਾਂਚ ਹੋਣੀ ਵੀ ਜ਼ਰੂਰੀ ਹੈ, ਤੇ ਜਾਂਚ ਜੀ ਕਿੱਥੋਂ ਤੱਕ ਜਾਏਗੀ ਸ਼ਾਇਦ ਇਹ ਤੈਅ ਹੋਣਾ ਵੀ ਹੁਣ ਜ਼ਰੂਰੀ ਹੋ ਗਿਆ। ਤਾਂ ਇਸ ਕਰਕੇ ਕੋਰਟ ਦੇ ਵਿੱਚ ਗਏ ਨੇ। 7 ਮਈ ਨੂੰ ਸੁਣਵਾਈ ਹੋਏਗੀ ਤੇ ਪੰਜਾਬ ਸਰਕਾਰ ਤੋਂ ਜਵਾਬ ਜਿਹੜਾ ਹੈ ਉਹ ਮੰਗਿਆ ਗਿਆ ਜੀ ਇਸ ਵਾਰ। ਜੀ, ਸੋ ਵੇਖਾਂਗੇ ਬਣਦਾ ਕੀ ਹੈ। ਤੇ ਆਪਾਂ ਜੇਕਰ ਅਗਲੀ ਖਬਰ ਦਾ ਰੁਖ ਕਰੀਏ ਤਾਂ ਉਧਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੇ ਵਿੱਚ ਕੱਲ ਮੋਹਾਲੀ 'ਚ ਸੁਣਵਾਈ ਸੀ। ਕੱਲ ਵੀ ਤੁਸੀਂ ਚਾਨਣਾ ਪਾਇਆ ਸੀ ਇਸ ਸਾਰੀ ਖਬਰ ਤੇ ਕਿ ਇੱਕ ਟੈਸਟ ਹੋਣਾ ਹੈ, ਉਸ ਨੂੰ ਲੈ ਕੇ ਹੁਣ ਪਿੱਛੇ ਹਟਦੇ ਨਜ਼ਰ ਆਏ ਨੇ ਜੀ, ਕਹਿੰਦੇ ਜਿਹੜੇ ਮੁਲਾਜ਼ਮ ਸੀ। ਨਹੀਂ ਦੇਖੋ, ਮੁਲਾਜ਼ਮਾਂ ਦਾ ਕੀ ਚੱਕਰ ਆ ਕਿ ਉਹ ਪਿੱਛੇ ਹਟ ਗਏ ਸਨ। ਜੀ ਸ਼ਾਇਦ ਮੈਨੂੰ ਲੱਗਦਾ ਕਿ ਥੋੜਾ ਜਿਹਾ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਵਿੱਚ ਮੀਡੀਆ ਵੀ ਜਿਹੜਾ ਚੂਕ ਕਰ ਜਾਂਦਾ, ਉਕਾਈ ਕਰ ਜਾਂਦਾ ਹੈ। ਜੀ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਜਾ ਕੇ ਉੱਥੇ ਪਟੀਸ਼ਨ ਪਾਈ ਆ। ਹੋ ਸਕਦਾ ਕਿ ਸਟੇ ਹੋ ਗਿਆ ਹੋਵੇ, ਪਰ ਅੱਜ ਇਹ ਮਾਮਲਾ ਜਿਹੜਾ ਤਾਂ ਉਹ ਇਹ ਆਇਆ ਕਿ ਜਿਹੜੀ ਮੋਹਾਲੀ ਡਿਸਟ੍ਰਿਕਟ ਕੋਰਟ ਆ, ਉਹਨਾਂ ਨੇ ਤੇ ਕਹਿ ਦਿੱਤਾ। ਸ਼ਾਇਦ ਹੋ ਸਕਦਾ ਕਿ ਉਸ ਫੈਸਲੇ ਨੂੰ, ਕੱਲ ਵਾਲੇ ਫੈਸਲੇ ਨੂੰ ਚੈਲੰਜ ਹੋਇਆ ਹੋਵੇ। ਪਰ ਅੱਜ ਕੀ ਹੋਇਆ ਕਿ ਹੇਠਲੀ ਅਦਾਲਤ ਨੇ ਜੋ ਇਹਨਾਂ ਨੂੰ ਰਾਹਤ ਦਿੱਤੀ ਗਈ, ਮਤਲਬ ਪਹਿਲਾਂ ਤਾਂ ਕੰਸੈਂਟ ਦੇ ਦਿੱਤਾ 7 ਚੋਂ 6 ਨੇ ਕਿ ਅਸੀਂ ਪੋਲੀਗ੍ਰਾਫ ਟੈਸਟ ਵਾਸਤੇ ਤਿਆਰ ਹਾਂ। ਫਿਰ ਕਹਿੰਦੇ ਜੀ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਵਾ। ਤਾਂ ਕੋਰਟ ਦੀ ਖਬਰ ਇਹ ਆ ਗਈ ਕਿ ਕੋਰਟ ਨੇ ਜੀ ਇਹਨਾਂ ਨੂੰ ਰਾਹਤ ਦੇ ਦਿੱਤੀ ਆ। ਹੁਣ ਖਬਰ ਇਹ ਆ ਗਈ ਕਿ ਇਹਨਾਂ ਦੀ ਰਾਹਤ ਖਤਮ ਹੋ ਗਈ ਆ। ਇਹ ਚੱਲ ਕੀ ਰਿਹਾ, ਸਮਝ ਤੋਂ ਪਰੇ ਆ ਜੀ। ਐ ਠਾ ਹੀ ਫੈਸਲੇ ਜਿਹੜੇ ਉਹ ਬਦਲੇ ਜਾ ਰਹੇ ਆ। ਹੁਣ ਇਹਦੇ ਚ ਗੁਰਪ੍ਰੀਤ ਜੀ, ਇਹ ਝਟਕਾ ਜਿਹੜਾ ਲੱਗਾ ਮੋਹਾਲੀ ਕੋਰਟ ਨੇ, ਜੋ ਇਹ ਪੋਲੀਗ੍ਰਾਫ ਟੈਸਟ ਨਾ ਕਰਵਾਉਣ ਦੀ ਪਟੀਸ਼ਨ ਸੀ ਉਸ ਨੂੰ ਖਾਰਜ ਕਰ ਦਿੱਤਾ ਹੈ। ਤਾਂ ਇਹਦਾ ਮਤਲਬ ਇਹ ਆ ਕਿ ਜਿਹੜਾ ਦਾਅਵਾ ਕੀਤਾ ਜਾ ਰਿਹਾ ਸੀਗਾ ਕਿ ਸਾਡੇ ਤੇ ਦਬਾਅ ਪਾ ਕੇ ਕੰਸੈਂਟ ਲਿਆ ਜਾ ਰਿਹਾ, ਤਾਂ ਉਹ ਹੁਣ ਹਾਈ ਕੋਰਟ 'ਚ ਵੀ ਜਾ ਸਕਦਾ ਮਾਮਲਾ, ਕਿਉਂਕਿ ਹੇਠਲੀ ਅਦਾਲਤ ਦੇ ਵਿੱਚ ਤੇ ਨਿਬੜਾ ਹੋ ਗਿਆ। ਪਰ ਉੱਥੇ ਜਾ ਕੇ ਪਤਾ ਲੱਗੇਗਾ ਨਾ ਦਬਾਅ ਕੌਣ ਪਾ ਰਿਹਾ, ਕਿਉਂਕਿ ਹਾਈ ਕੋਰਟ ਦੇ ਵਿੱਚ ਹੀ ਤਾਂ ਸਭ ਕੁਝ ਹੈ। ਸਮਝਦੇ ਹੋ ਨਾ? ਜਿਹੜੀ ਕਹਾਣੀ ਹੈ ਉਹ ਸਟਾਰਟ ਕਿੱਥੋਂ ਹੋਈ? ਸਟਾਰਟ ਹੋਈ ਇੱਕ ਜ਼ਮਾਨਤ ਦੀ ਸੁਣਵਾਈ ਤੋਂ। ਜ਼ਮਾਨਤ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਦੀ ਨਿਗਾਹ 'ਚ ਇਹ ਆ ਗਈ ਇੰਟਰਵਿਊ। ਇਹਦੇ 'ਚ SIT ਬਣ ਗਈ, ਪੁਲਿਸ ਫਸ ਗਈ। ਮੈਂ ਉਹਦੇ ਰੈਪੀਟੀਸ਼ਨ 'ਚ ਨਹੀਂ ਜਾਵਾਂਗਾ। ਫਿਰ ਉਹਨਾਂ ਨੇ SIT ਬਣਾਈ ਪ੍ਰਬੋਧ ਜੀ ਦੀ ਅਗਵਾਈ 'ਚ। ਉਹਦੇ 'ਚ ਪੁਲਿਸ ਫਸਦੀ ਤੁਰੀ ਗਈ। ਤੇ ਹੁਣ ਮਤਲਬ ਕਿ ਫਿਰ ਦੁਬਾਰਾ ਹਾਈ ਕੋਰਟ ਕੋਲ ਹੀ ਮਾਮਲਾ ਜਾਏਗਾ। ਤਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਹੀ ਪਹਿਲਾ ਮਾਮਲਾ ਹੈ। ਤਾਂ ਮੇਰੇ ਖਿਆਲ ਦੇ ਨਾਲ ਬਹੁਤ ਮੁਸ਼ਕਲ ਹੈ, ਇੱਥੋਂ ਵੀ ਰਾਹਤ ਬਹੁਤ ਮੁਸ਼ਕਲ ਹੈ। ਬੜੀ ਮੁਸ਼ਕਲ ਰੇ ਬਾਬਾ, ਬੜੀ ਮੁਸ਼ਕਲ, ਬਣੀ ਮੁਸ਼ਕਲ ਰੇ ਬਾਬਾ, ਬਣੀ ਮੁਸ਼ਕਲ। ਜੀ, ਸੋ ਮੁਸ਼ਕਲ ਤਾਂ ਬਣੀ ਹੈ, ਪਰ ਉਧਰ ਨਸ਼ਾ ਮੁਕਤੀ ਦੀ ਮੁਹਿੰਮ ਜਿਹੜੀ ਛੇੜ ਦਿੱਤੀ ਹੈ ਪੰਜਾਬ ਸਰਕਾਰ ਨੇ, ਤੇ ਕੱਲ DGP ਸਾਹਿਬ ਵੀ ਇਸ ਤੇ ਬੋਲ ਰਹੇ ਸੀ। ਤੇ ਹੁਣ ਇਸ ਦੇ ਵਿੱਚ ਅੱਗੇ ਜ਼ਿੰਮੇਵਾਰੀਆਂ ਤੈਅ ਹੋਈਆਂ ਨੇ ਜੀ। ਪਾਇਓ ਜਰਾ ਚਾਨਣਾ ਵੀ ਕੌਣ ਕੌਣ ਜ਼ਿੰਮੇਵਾਰ ਹੋਊਗਾ ਫਿਰ ਹੁਣ। ਹਾਂਜੀ ਦੇਖੋ, ਗੱਲ ਇਹ ਆ ਕਿ ਜੋ ਇਸ ਵੇਲੇ ਦੇਖ ਰਹੇ ਹਾਂ ਆਪਾਂ, ਮੈਂ ਅੱਗੇ ਵੀ ਗੱਲ ਕੀਤੀ ਹੈ ਤੁਹਾਡੇ ਨਾਲ ਕਿ ਦੇਖੋ ਸਰਕਾਰ ਐਕਸ਼ਨ ਮੋਡ ਦੇ ਵਿੱਚ ਤੇ ਆ ਰਹੀ ਆ। ਇਹ ਸਾਡੇ ਵਾਸਤੇ ਜੀ ਠੀਕ ਹੀ ਆ ਗੁਰਪ੍ਰੀਤ ਜੀ। ਜੀ ਦੇਖੋ 5 ਸਾਲ ਤੇ ਇਹਨਾਂ ਨੂੰ ਮਿਲੇ ਨੇ। ਮੰਨ ਲਓ ਇਹ ਹੱਥ ਤੋਂ ਹੱਥ ਨਾ ਚੱਕਣ, ਗੋਡੇ ਤੇ ਗੋਡਾ ਰੱਖ ਕੇ ਰਾਜ ਕਰੀ ਜਾਣ, ਜਾਂ ਕੋਈ ਪੁਲਿਸ ਵਾਲਾ ਸਾਡੀ ਧੌਣ ਤੇ ਗੋਡਾ ਵੀ ਰੱਖ ਲਵੇ ਬੇਰੁਜ਼ਗਾਰ ਦੀ, ਤੇ ਅਸੀਂ ਕੀ ਕਰ ਸਕਦੇ ਇਹਨਾਂ ਦਾ? ਹੈ ਸਾਡੇ ਕੋਲ ਕੋਈ ਹੱਲ? ਕੀ ਤੁਸੀਂ ਇਹਨਾਂ ਦੀ ਲੱਤ ਤੋੜ ਦਿਓਗੇ? ਮਾਨ ਦੀ ਕੀ ਲੱਤ ਤੋੜ ਦਿਓਗੇ ਤੁਸੀਂ? ਜੋ ਕਰਦਾ ਉਹ ਵੀ ਨਾ ਕਰੇ, ਕੁਛ ਨਹੀਂ। ਸਾਡੇ ਪੱਲੇ ਕੁਛ ਨਹੀਂ ਹੈ। ਲੋਕਤੰਤਰ ਦੇ ਵਿੱਚ, ਲੋਕਸ਼ਾਹੀ 'ਚ ਇਹੀ ਹੁੰਦਾ ਕਿ 5 ਸਾਲ ਬਾਅਦ ਤੁਸੀਂ ਹਿਸਾਬ ਕਰ ਲਓ, 5 ਸਾਲ ਤੱਕ ਚੁੱਪ ਕਰ ਜਾਓ। ਤਾਂ ਮਤਲਬ ਕਿ ਐਸੀ ਸਥਿਤੀ ਹੈ। ਤਾਂ ਚਲੋ ਜੇ ਕਰਦੇ ਆ, ਮੈਂ ਤੇ ਕਹਿੰਦਾ ਕਿ ਜਦੋਂ ਵੀ ਇਸ ਤਰ੍ਹਾਂ ਦੀ ਪਹਿਲ ਕਦਮੀ ਹੁੰਦੀ ਆ ਤਾਂ ਠੀਕ ਹੈ, ਉਹਦਾ ਸਵਾਗਤ ਕਰਨਾ ਚਾਹੀਦਾ ਕਿ ਤੁਸੀਂ ਤਨਦੇਹੀ ਨਾਲ ਕਰੋ ਭਾਈ, ਇਮਾਨਦਾਰੀ ਨਾਲ ਕਰੋ। ਠੀਕ ਆ, ਸਿਆਸਤ ਦੇ ਵਿੱਚ ਜੇ ਆਪਾਂ ਉਹਨਾਂ ਨੂੰ ਕਹੀਏ ਸਿਆਸਤ ਨਾ ਕਰੋ ਤੇ ਫਿਰ ਆਪਾਂ ਹੀ ਬੇਵਕੂਫ ਆ। ਉਹ ਤੇ ਸਿਆਸਤਦਾਨ ਆ, ਤਾਂ ਪ੍ਰੋਫੈਸ਼ਨਲ ਸਿਆਸਤਦਾਨ ਆ। ਅੱਜ ਕੱਲ ਤਾਂ ਪ੍ਰੋਫੈਸ਼ਨਲ ਸਿਆਸਤਦਾਨ ਹੋ ਗਏ ਨੇ। ਤਾਂ ਉਹਨਾਂ ਨੇ ਰਾਜਨੀਤੀ ਤੇ ਆਪਣੀ ਜਗ੍ਹਾ ਕਰਨੀ ਆ।
ਪਰ ਜੇ ਕੋਈ ਚੰਗਾ ਕਰਦਾ ਤੇ ਮੇਰੇ ਖਿਆਲ ਦੇ ਨਾਲ ਠੀਕ ਆ, ਕਹਿਣਾ ਚਾਹੀਦਾ। ਤਾਂ ਨਸ਼ੇ ਦੇ ਮੁੱਦੇ ਤੇ ਘੱਟੋ ਘੱਟ ਹਿਲਜੁਲ ਤੇ ਹੈ ਨਾ। ਠੀਕ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਵਾਲਾਂ ਦੇ ਘੇਰੇ 'ਚ ਆ, ਕੁਝ ਗਲਤ ਵੀ ਹੋ ਰਹੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਪੁਲਿਸ ਕਾਰਵਾਈ ਕਰਦੀ ਆ, ਵੱਡੀ ਕਾਰਵਾਈ ਕਰਦੀ ਆ, ਤਾਂ ਉਹਦੇ ਤੋਂ ਗਲਤੀਆਂ ਵੀ ਹੁੰਦੀਆਂ ਨੇ, ਇਹਦੇ 'ਚ ਗੁੰਜਾਇਸ਼ ਬਣੀ ਰਹਿੰਦੀ ਹੈ। ਬਟ ਹੁਣ ਕੀ ਹੈ ਕਿ ਕਹਿ ਲਓ ਕਿ ਅੱਜ ਇਹਨਾਂ ਨੇ ਸਾਰੇ ਜਿੰਨੇ ਐਸਐਸਪੀ ਸੀਗੇ ਜ਼ਿਲ੍ਹਿਆਂ ਦੇ, ਜਿਹੜੇ ਪੁਲਿਸ ਮੁਖੀ ਹੁੰਦੇ ਆ ਤੇ ਜਿਹੜੇ ਕਮਿਸ਼ਨਰ ਹੁੰਦੇ ਆ, ਕੁਝ ਸ਼ਹਿਰਾਂ ਦੇ ਵਿੱਚ ਤੁਹਾਨੂੰ ਪਤਾ ਹੈ ਨਾ ਕਮਿਸ਼ਨਰ ਹੁੰਦੇ ਨੇ, ਜਿਵੇਂ ਜਲੰਧਰ ਦੇ ਵਿੱਚ ਵੀ ਕਮਿਸ਼ਨਰ ਲੱਗਦਾ, ਲੁਧਿਆਣੇ 'ਚ ਵੀ ਕਮਿਸ਼ਨਰ ਲੱਗਦਾ, ਅੰਮ੍ਰਿਤਸਰ ਦੇ ਵਿੱਚ ਵੀ ਕਮਿਸ਼ਨਰ ਲੱਗਦਾ ਹੈ। ਜੀ ਤਾਂ ਖੈਰ ਉਹ ਸਾਰੇ ਜਿਹੜੇ ਆ ਉਹ ਮੁਖੀ ਬੁਲਾਏ ਗਏ ਸਨ ਤੇ ਇਹਦੇ ਵਿੱਚ ਉਹਨਾਂ ਨੇ ਜ਼ਿੰਮੇਵਾਰੀ ਫਿਕਸ ਕਰ ਦਿੱਤੀ ਆ ਕਿ ਦੇਖੋ 31 ਮਈ ਨੂੰ ਇੱਕ ਡੈਡਲਾਈਨ ਤੈਅ ਕਰ ਦਿੱਤੀ ਕਿ ਉਦੋਂ ਫਿਰ ਰਿਵਿਊ ਹੋਏਗਾ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਦਾ ਜਿਨ੍ਹਾਂ ਦਾ ਅੱਛਾ ਕੰਮ ਰਹੇਗਾ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ, ਜਦ ਕਿ ਦੂਸਰਿਆਂ ਤੇ ਐਕਸ਼ਨ ਹੋਏਗਾ। ਤੇ ਇਹਦੇ ਨਾਲ ਹੀ ਜੇਲ੍ਹਾਂ ਤੇ ਵੀ ਨਿਗਾਹ ਜਿਹੜੀ ਬਣੀ ਰਹੇਗੀ। ਉਹ ਗਾਂ ਹੁਣ ਸਟ੍ਰੈਟਜੀਕਲ ਚੀਜ਼ਾਂ ਹੁੰਦੀਆਂ ਨੇ ਕਿ ਹੌਟ ਸਪੌਟ ਤੇ ਜਾਣਾ ਹੈ ਜੀ, ਪ੍ਰਾਪਰਟੀ ਅਟੈਚ ਕਰਨੀ ਹੈ ਜੀ, ਅਸੀਂ ਇਸ ਤੋਂ ਇਲਾਵਾ ਬਈ ਕੋਈ ਘਰ ਡਿਮੋਲਿਸ਼ ਕਰਨਾ ਹੈ, ਵੈਸੇ ਤੇ ਉਹ ਤੁਹਾਨੂੰ ਪਤਾ ਕਾਇਦੇ ਦੇ ਮੁਤਾਬਕ ਨਹੀਂ ਹੁੰਦਾ, ਚਲੋ ਧੱਕਮ ਧੱਕਾ ਚੱਲੀ ਜਾਂਦਾ, ਉਹ ਸਾਰਾ ਗਾਂ ਆ ਜਾਂਦਾ ਰਾਜਨੀਤਿਕ ਪੱਖ ਜੀ, ਉਹ ਆ ਜਾਂਦਾ ਰਾਜਨੀਤਿਕ ਪੱਖ, ਆਪਾਂ ਉਹਦੇ ਤੇ ਨਹੀਂ ਜਾਂਦੇ ਜੀ। ਪਰ ਗੱਲ ਇਹ ਆ ਕਿ ਹੁਣ ਦੇਖੋ ਜ਼ਿੰਮੇਵਾਰੀ ਫਿਕਸ ਕਰ ਦਿੱਤੀ ਲਗਭਗ ਐਸਐਚਓ ਤੇ ਡੀਐਸਪੀ ਦੀ। ਮੇਰਾ ਅੱਗੇ ਵੀ ਸਵਾਲ ਜਾਂ ਮੇਰਾ ਕੰਸਰਨ ਅੱਗੇ ਵੀ ਇਹ ਆ ਕਿ ਤੁਹਾਡੀ ਪਰਫਾਰਮੈਂਸ ਦੀ ਕਸੌਟੀ ਕੀ ਹੈ ਗੁਰਪ੍ਰੀਤ ਜੀ? ਸਰਕਾਰ ਇਹਦੇ ਤੇ ਕਲੈਰਿਟੀ ਨਹੀਂ ਦੇ ਰਹੀ ਕਿ ਤੁਹਾਡੀ ਠੀਕ ਹੈ ਰਿਵਿਊ ਹੋਏਗਾ, ਰਿਵਿਊ ਦੀ ਮਤਲਬ ਕਿ ਕੀ ਕਸੌਟੀ ਕੀ ਰੱਖੋਗੇ? ਤੁਸੀਂ ਵੀ ਬਹੁਤ ਐਕਟਿਵ ਹੋ, ਬਹੁਤ ਮਤਲਬ ਕਿ ਸਮਝਦਾਰ ਹੋ, ਮੈਂ ਬਹੁਤ ਇੱਜ਼ਤ ਕਰਦਾ ਵਿਅਕਤੀਗਤ ਤੌਰ ਤੇ, ਤਾਂ ਤੁਸੀਂ ਵੀ ਸੋਚ ਕੇ ਦੇਖੋ ਕਿ ਕੀ ਹੋਏਗੀ। ਕਿ ਕੇਸ ਜੀ ਵੱਧ ਕੀਤੇ ਜਾਣ ਵਾਲੇ ਨੂੰ ਸਨਮਾਨਿਤ ਹੋਏਗਾ ਕਿ ਜਿਹਦੇ ਥਾਣੇ 'ਚ ਕੇਸ ਦਰਜ ਵੱਧ ਹੋਣਗੇ, ਜਾਂ ਰਿਕਵਰੀ ਵੱਧ ਹੋਏਗੀ? ਮਤਲਬ ਕਿ ਪੈਮਾਨਾ ਕੀ ਹੋਏਗਾ? ਜਾਂ ਤੁਹਾਡੀ ਗੱਲ ਕੋਈ ਫੀਡਬੈਕਾਂ ਹੋਣਗੀਆਂ ਲੋਕਾਂ ਦੀਆਂ, ਤੇ ਜੇ ਲੋਕਾਂ ਦੀ ਫੀਡਬੈਕ ਮੰਨੋਗੇ ਤਾਂ ਮੇਰੇ ਖਿਆਲ ਦੇ ਨਾਲ ਸਾਰੇ ਪੰਜਾਬ ਚੋਂ ਫੀਡਬੈਕ ਜੇ ਮੰਨ ਲਓ ਨਕਾਰਾਤਮਕ ਆ ਗਈ ਤੇ ਫਿਰ ਕੀ ਸਾਰੇ ਪੰਜਾਬ ਦੇ ਐਸਐਚਓ ਜਾਂ ਡੀਐਸਪੀ ਜਿਹੜੇ ਆ ਉਹ ਕੀ ਨਹਿਰ 'ਚ ਸੁੱਟ ਦਿਓਗੇ ਬੰਨ ਕੇ? ਜੀ ਤਾਂ ਮਤਲਬ ਕਿ ਇਹ ਕਈ ਸਵਾਲ ਨੇ, ਇਹ ਕਈ ਪੁਆਇੰਟ ਨੇ ਗੁਰਪ੍ਰੀਤ ਜੀ। ਤੇ ਜੇ ਮੰਨ ਲਓ ਲੈਟਸ ਸਪੋਜ਼, ਹਾਲਾਂਕਿ ਮੈਂ ਜਿਵੇਂ ਕਿਹਾ ਕਿ ਸਾਡਾ ਕੰਮ ਹੁੰਦਾ ਹੈ, ਜਿਵੇਂ ਮਤਲਬ ਆਪਾਂ ਜੇ ਦੇਖੀਏ ਤਾਂ ਸਾਡਾ ਕੰਮ ਹੁੰਦਾ ਸਵਾਲ ਚੁੱਕਣੇ, ਲੋਕਾਂ ਨੂੰ ਪੱਖ ਦੇਣਾ, ਦੂਸਰਾ ਪੱਖ ਦੇਣਾ ਕਿ ਯਾਰ ਇਹਦੇ ਵੱਲ ਵੀ ਸੋਚ ਲਵੋ। ਹੋ ਸਕਦਾ ਹੈ ਕਿ ਉਹ ਚੀਜ਼ਾਂ ਆਉਣ ਵਾਲੇ ਸਮੇਂ 'ਚ ਸਾਫ਼ ਹੋ ਜਾਣ, ਪਰੰਤੂ ਹੁਣ ਦੇਖੋ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਮੈਂ ਕਿ ਹਾਲੇ ਅਸਪਸ਼ਟਤਾ ਦੇ ਦੌਰ ਦੇ ਵਿੱਚ ਜੇ ਆਪਾਂ ਇੱਕ ਕਿਆਫਾ ਲਾਈਏ ਕਿ ਜੇ ਤੁਸੀਂ ਪਰਚਿਆਂ ਦੇ ਆਧਾਰ ਤੇ ਕਹੋ ਕਿ ਫਲਾਣੇ ਥਾਣੇ ਦੇ ਵਿੱਚ ਬਈ 5000 ਪਰਚਾ ਦਰਜ ਕਰ ਦਿੱਤਾ ਥਾਣੇਦਾਰ ਨੇ 1 ਮਹੀਨੇ 'ਚ, ਤੇ ਦਿਓ ਮੈਡਮ, ਤਾਂ ਇਹਦਾ ਮਤਲਬ ਹੈ ਕਿ ਆਉਣ ਵਾਲੇ ਦੂਸਰੇ ਮਹੀਨੇ 'ਚ ਜੇ ਤੁਸੀਂ ਡੈਡਲਾਈਨ ਕਾਇਮ ਕਰ ਦਿਓਗੇ, ਡੈਡਲਾਈਨ, ਤਾਂ ਕੋਈ ਥਾਣੇਦਾਰ ਹੋਏਗਾ ਜੋ ਯਤਨ ਕਰੇ ਕਿ ਆਖੇ ਮੈਂ 6000 ਕਰਨਾ ਰਜਿਸਟਰਡ। ਹੁਣ 6000 ਉੱਤੇ ਬਲੈਕੀਆ ਕਿਹੋ ਜਿਹਾ ਫਿਰ ਭੁੱਖੀ ਦੇ ਲਿਬੜੇ ਲਿਫਾਫੇ ਤੇ ਜਾਂ ਰੂੜੀਆਂ ਤੋਂ ਚੁੱਕ ਚੁੱਕ ਕੇ ਪਾਈ ਜਾਣ, ਹੁਣ ਕੀ ਕਰ ਸਕਦੇ ਹੋ ਫਿਰ? ਤਾਂ ਇਹ ਤੇ ਇੱਕ ਤਰ੍ਹਾਂ ਨਾਲ ਫਿਰ ਆਪਣੇ ਆਪ ਨੂੰ ਬਚਾਉਣ ਲਈ ਜਾਂ ਸਨਮਾਨ ਹਾਸਲ ਕਰਨ ਵਾਸਤੇ ਦੌੜ ਲੱਗ ਜਾਏਗੀ ਨਾ। ਜੀ ਇਹ ਤਾਂ ਹੈ, ਫਿਰ ਇੱਕ ਪਾਸਾ ਤਾਂ ਲੁਕਿਆ ਰਹਿ ਜੂ ਤੇ ਦੂਸਰੇ ਪਾਸੇ ਫਿਰ ਸਨਮਾਨ ਹੁੰਦੇ ਨਜ਼ਰ ਆਉਣਗੇ। ਪਰ ਆਪਾਂ ਅੱਗੇ ਚੱਲੀਏ ਤਾਂ ਰਿਵਾਲਵਰ ਲਿਆਉਣ ਦੇ ਮਾਮਲੇ 'ਚ ਪਿਤਾ ਤੇ ਵੀ ਕੇਸ ਹੋਇਆ ਜੀ, ਇਹ ਕਿਹੜਾ ਮਾਮਲਾ ਹੈ? ਦੇਖੋ ਭਿੱਖੀ ਪਿੰਡ ਦੇ ਲਾਗੇ, ਭਿੱਖੀ ਪਿੰਡ ਦੇ ਵਿੱਚ ਹੀ ਕਹਿ ਲਓ, ਭਿੱਖੀ ਪਿੰਡ ਦੇ ਲਾਗੇ ਨਾ ਇੱਕ ਪਿੰਡ ਆ ਕਲਸਾਂ, ਵੈਸੇ ਪਿੰਡ ਦਾ ਨਾਂ ਕਲਸੀਆਂ ਸ਼ਾਇਦ, ਤੇ ਅਸੀਂ ਕਲਸੀਆਂ ਕਲਸਾਂ ਕਹਿ ਦਿੰਦੇ ਕਿਉਂਕਿ ਸਾਡੀਆਂ ਬਹੁਤ ਰਿਸ਼ਤੇਦਾਰੀਆਂ ਨੇ ਉਧਰ ਬਾਰਡਰ ਏਰੀਏ 'ਚ। ਮਾਝੇ ਵਾਲੇ ਦੇ ਤੁਹਾਨੂੰ ਪਤਾ ਹੀ ਫਿਰ ਮਝੈਲਾ ਨਾਲ ਹੀ ਆ। ਤੋ ਗੱਲ ਇਹ ਆ ਕਿ ਉੱਥੋਂ ਦਾ ਮਾਮਲਾ ਹੈ, ਉਹ ਲੜਕੀ ਪੜ੍ਹਦੀ ਸੀਗੀ ਕਨਵੈਂਟ ਸਕੂਲ ਦੇ ਵਿੱਚ, ਆ ਜਿਹੜੇ ਸਾਈਆਂ ਨੇ ਖੋਲੇ ਹੋਏ ਨੇ, ਤੇ ਉੱਥੇ ਉਹ ਲੜਕੀ ਕਿਤੇ ਕੋਈ ਮਾੜੀ ਮੋਟੀ ਤੂੰ ਤੜਾਕ ਜੀ ਹੋਈ ਆ ਤੇ ਉਹ ਰਿਵਾਲਵਰ ਲੈ ਕੇ ਆ ਗਈ ਆਪਦੇ ਪਿਤਾ ਦਾ। ਜਦੋਂ ਲੈ ਆਈ ਤੇ ਉੱਥੇ ਤੇ ਤਰਥੱਲੀ ਮਚ ਗਈ, ਉਹ ਤੇ ਪੂਰੀ ਤੁਹਾਨੂੰ ਪਤਾ ਉਹਦੀ ਤੇ ਦਹਿਸ਼ਤ ਫੈਲ ਹੀ ਜਾਣੀ ਸੀ। ਤੇ ਇਦਾਂ ਫਿਰ ਕੰਮ ਮਤਲਬ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਫਿਲਮਾਂ ਦੇ ਵਿੱਚ ਉਹ ਦਿਖਾਇਆ ਸੀ ਨਾ, ਬੈਂਡਿਟ ਕੁਈਨ ਫਿਲਮ ਆਈ ਸੀਗੀ ਫੂਲਣ ਦੇਵੀ ਦੀ, ਤਾਂ ਖੌਫਜ਼ਦਾ ਹੋ ਜਾਂਦਾ ਜਿੱਧਰ ਵੜਦੀ ਆ। ਤਾਂ ਗੱਲ ਇਹ ਆ ਕਿ ਉਹ ਕੁੜੀ ਮਾਸੂਮ ਬੱਚੀ ਆ ਸਾਡੀ, ਤਾਂ ਮਤਲਬ ਕਿ ਉਹਦੀ ਵੀ ਦਹਿਸ਼ਤ ਫੈਲ ਗਈ। ਹੁਣ 7ਵੀਂ 'ਚ ਪੜ੍ਹਦੀ, ਕਿੰਨੀ ਕੁ ਏਜਡ ਹੋਏਗੀ ਉਹ? 12 ਸਾਲ 13 ਸਾਲ।
ਜਸਟ ਇੰਨੀ ਕੁ। ਤਾਂ ਮਤਲਬ ਕਿ ਉਹਨੇ ਜਦੋਂ ਲਹਿਰਾਇਆ ਤੇ ਉੱਥੋਂ ਤੇ ਮਤਲਬ ਕਿ ਕੰਨਾਂ ਥਾਣੀ ਧੂੰਆਂ ਨਿਕਲ ਗਿਆ। ਟੀਚਰਾਂ ਦੇ ਮਸਾਂ ਉਹਨਾਂ ਨੇ ਪਿਤਾ ਨੂੰ ਬੁਲਾਇਆ, ਪਰ ਮਾਮਲਾ ਦਬਾਉਣ ਦਾ ਵੀ ਯਤਨ ਹੋਇਆ। ਦਰਅਸਲ ਕੀ ਹੈ ਕਿ ਜਦੋਂ ਤੁਹਾਨੂੰ ਪਤਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਗੱਲ ਚੜ ਗਈ ਤਾਂ ਫਿਰ ਤਾਂ ਜ਼ਬਾਨ ਤੇ ਆ ਜਾਂਦੀ ਆ। ਤਾਂ ਇਹ ਮਾਮਲਾ ਦੱਬਿਆ ਨਹੀਂ, ਫਿਰ ਉਸ ਤੋਂ ਬਾਅਦ ਚਲਾ ਗਿਆ ਪੁਲਿਸ ਦੇ ਕੋਲ। ਪੁਲਿਸ ਨੇ ਹੁਣ ਕੀ ਆ ਕਿ ਪਿਤਾ ਤੇ ਮਾਮਲਾ ਦਰਜ ਕਰ ਦਿੱਤਾ। ਦੇਖੋ, ਦੋ ਚੀਜ਼ਾਂ ਨੇ। ਇੱਕ ਤੇ ਸੋਸ਼ਲੀ ਸਾਨੂੰ ਵੇਖਣਾ ਪਏਗਾ ਕਿ ਬੱਚਿਆਂ ਦੀ ਜ਼ਹਿਨੀਅਤ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈ ਰਿਹਾ, ਚਾਹੇ ਉਹ ਮੋਬਾਈਲ ਆ, ਚਾਹੇ OTT ਆ, ਚਾਹੇ ਕੁਝ ਵੀ ਆ। ਉਹ ਸਾਡੇ ਵਾਸਤੇ ਇੱਕ ਅਲੱਗ ਤੋਂ ਸੋਚਣ ਵਿਚਾਰਨ ਦਾ ਵਿਸ਼ਾ ਕਿ ਜੇ ਕਨਵੈਂਟ ਸਕੂਲਾਂ ਦੇ ਬੱਚੇ, ਕਨਵੈਂਟ ਸਕੂਲਾਂ ਤੋਂ ਉੱਤੇ ਹੈ ਨਹੀਂ ਨਾ ਕੋਈ, ਆਪਾਂ ਕਹਿੰਦੇ ਨੇ ਫਲਾਣੇ ਦਾ ਬੱਚਾ ਕਨਵੈਂਟ 'ਚ ਪੜ੍ਹਦਾ, ਕਨਵੈਂਟ ਹੀ ਮੰਨਦੇ ਆ ਨਾ। ਹਾਲਾਂਕਿ ਮੇਰਾ ਮੰਨਣਾ ਹੈ ਕਿ ਬਈ ਅਸੀਂ ਸਾਰੀ ਸਕੂਲਿੰਗ ਸਾਡੀ ਸਰਕਾਰੀ ਸਕੂਲ ਦੀ ਆ, ਤੇ ਅਸੀਂ ਕਿਸੇ ਨਾਲ ਜੀ ਘੱਟ ਨਹੀਂ ਆ। ਬੇਸ਼ੱਕ ਅੰਗਰੇਜ਼ੀ ਨਹੀਂ ਆਉਂਦੀ, ਪਰ ਅੱਜ ਕੱਲ ਇੱਕ ਸਟੈਂਡਰਡ ਤੈਅ ਕੀਤਾ ਹੋਇਆ ਕਿ ਫਲਾਣੇ ਦਾ ਬੱਚਾ ਜਿਹੜਾ ਕਨਵੈਂਟ 'ਚ ਪੜ੍ਹਦਾ, ਆਮ ਆਪਾਂ ਮਿਡਲ ਕਲਾਸ ਦੀ ਗੱਲ ਕਰ ਲਓ। ਤਾਂ ਗੱਲ ਇਹ ਆ ਕਿ ਕਨਵੈਂਟ 'ਚ ਵੀ ਜੇ ਬੱਚੇ ਇਸ ਤਰ੍ਹਾਂ ਦੇ ਆ ਤਾਂ ਫਿਰ ਤੇ ਰੱਬ ਹੀ ਰਾਖਾ ਨਾ, ਜੇ ਸਟੈਂਡਰਡ ਦੇ ਹਿਸਾਬ ਨਾਲ ਗੱਲ ਕਰੀਏ। ਤੇ ਇੱਕ ਤੇ ਸੋਸ਼ਲੀ ਆ, ਦੂਜਾ ਇਹ ਆ ਕਿ ਸਾਡੇ ਇੱਥੇ ਹੁਣ ਤੁਹਾਨੂੰ ਪਤਾ ਹੀ ਆ ਪੂਰੇ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਜਿਹੜੇ ਆਰਮ ਲਾਇਸੈਂਸ ਨੇ, ਵੈਪਨ ਨੇ ਜਿਹੜੇ, ਉਹ ਬਹੁਤ ਜ਼ਿਆਦਾ ਨੇ। ਤਾਂ ਸਾਨੂੰ ਇਸ ਪੱਖ ਤੋਂ ਵੀ ਵੇਖਣਾ ਪਊਗਾ ਕਿ ਲਾਇਸੈਂਸ ਹਾਸਲ ਕਰ ਲੈਣਾ, ਵੈਪਨ ਰੱਖ ਲੈਣਾ ਇੱਕ ਵੱਖਰਾ ਵਿਸ਼ਾ ਹੁੰਦਾ। ਉਹਦੇ ਨਾਲ ਜ਼ਿੰਮੇਵਾਰੀਆਂ ਫਿਕਸ ਹੁੰਦੀਆਂ ਨੇ। ਜੇ ਕਿਸੇ ਨੂੰ ਲਾਇਸੈਂਸ ਹੀ ਮਿਲਦਾ ਹੈ ਤਾਂ ਗੱਲ ਇਹ ਆ ਕਿ ਤੁਸੀਂ ਉਹਨਾਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਜੇ ਸਕਦੇ। ਤੇ ਜੇ ਤੁਸੀਂ ਉਹ ਜ਼ਿੰਮੇਵਾਰੀਆਂ ਤੋਂ ਭੱਜੋਗੇ, ਮੁਕੱਦਮਾ ਵੀ ਹੋਣਾ ਤੇ ਤੁਹਾਡਾ ਲਾਇਸੈਂਸ ਵੀ ਕੈਂਸਲ ਹੋ ਜਾਏਗਾ। ਸੋ ਵੈਪਨ ਜਿਹੜਾ ਉਹ ਬੱਚਿਆਂ ਦਾ ਐਕਸੈਸ ਉੱਥੋਂ ਤੱਕ ਨਹੀਂ ਹੋਣਾ ਚਾਹੀਦਾ। ਮੇਰਾ ਮੰਨਣਾ ਕਿ ਕਿਸੇ ਦਾ ਵੀ ਨਹੀਂ ਹੋਣਾ ਚਾਹੀਦਾ ਐਕਸੈਸ। ਕਈ ਵਾਰ ਪਰਿਵਾਰ ਦੇ ਵਿੱਚ ਕੋਈ ਕਲੇਸ਼ ਹੋਇਆ ਹੁੰਦਾ ਤੇ ਖੜੇ ਪੈਰ ਹੱਥ ਜਿਹਦਾ ਪੈ ਗਿਆ ਤਬਾਹੀ ਬਣ ਜਾਂਦਾ ਹੈ। ਸੋ ਇਸ ਵਾਸਤੇ ਇਹ ਕੇਸ ਹੋ ਜਾਣਾ ਸੁਭਾਵਿਕ ਹੈ। ਚਲੋ, ਬੱਚੀ ਦੀ ਲਾਈਫ ਦਾ ਮਸਲਾ ਸੀ, ਬੱਚੀ ਤੇ ਤਾਂ ਕੀ ਮੁਕੱਦਮਾ ਪੁਲਿਸ ਨੇ ਕਰਨਾ। ਪੁਲਿਸ ਸਿਆਣੀ ਹੁੰਦੀ ਹੈ ਕੁਝ ਮਾਮਲਿਆਂ 'ਚ ਕਿ ਬੱਚੀ ਦਾ ਜੀਵਨ ਖਰਾਬ ਹੋ ਜਾਏਗਾ, ਪਰ ਪਿਓ ਵਾਸਤੇ ਸਮੱਸਿਆ ਬਣ ਗਈ ਨਾ ਕਿ ਧੀ ਦੀ ਗਲਤੀ ਹੋ ਸਕਦਾ, ਧੀ ਦੀ ਗਲਤੀ ਹੋਵੇ, ਪਰ ਫਸ ਗਿਆ ਹੁਣ ਪਿਓ। ਜੀ, ਸੋ ਪ੍ਰੋਗਰਾਮ ਦਾ ਸਮਾਂ ਹੁੰਦਾ ਇੱਥੇ ਸਮਾਪਤ। ਸੋ ਮਿੰਟੂ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ। ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ। ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।